ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਉਤਸਵ ਆਦਿਕ ਦੀਪਕ ਮਾਲਾ ਛੁੱਟੀ ਤੁਫੰਗੈ ਸ਼ਲਖ ਬਿਸਾਲਾ। ਸੰਗਤ ਆਵਤ ਜਾਤ ਅਨੇਕ ਸੋ ਜਸ ਕਰਤ ਬਹੁ ਜਲਦ ਬਿਬੇਕ। ਉਤਸਵ ਆਦਿਕ ਦੀਪਕ ਮਾਲਾ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੁਖ ਨਿਧਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਆਖੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਹਜ਼ੂਰ ਬੈਠ ਕੇ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਹਨ।
ਸਤਿਗੁਰੂ ਜੀ ਦੀ ਮਿਹਰ ਕਿਰਪਾ ਹੋਈ ਹੈ। ਅੱਜ ਕੱਤਕ ਦਾ ਮਹੀਨਾ ਆਰੰਭ ਹੋਇਆ ਹੈ। ਕੱਤਕ ਮਹੀਨੇ ਦੀ ਸੰਗਰਾਂਦ ਹੈ। ਕੁਝ ਸਮਾਂ ਆਪਾਂ ਸਤਿਗੁਰੂ ਜੀ ਦੀ ਬਾਣੀ ਦੀ ਵੀ ਵਿਚਾਰ ਕਰਾਂਗੇ। ਪਹਿਲਾਂ ਕੁਝ ਸਮਾਂ ਲੜੀਵਾਰ ਕਥਾ ਦੇ ਨਾਲ ਜੁੜੀਏ। ਆਓ ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਪਿਆਰਿਓ, ਕੌਲਾਂ ਜੀ ਨੇ ਸਤਿਗੁਰੂ ਜੀ ਦੇ ਕੀਤੇ ਦਰਸ਼ਨ ਤੇ ਦਰਸ਼ਨ ਕਰਕੇ ਆਨੰਦ ਦੇ ਵਿੱਚ ਹੋ ਗਏ ਜੀ। ਦਰਸ਼ਨ ਕਰਕੇ ਪੂਰਬਲੀ ਭਗਤੀ ਜਾਗੀ। ਗੁਰੂ ਸਾਹਿਬ ਮਹਾਰਾਜ ਜੀ ਨੂੰ ਕਿਵੇਂ ਉਹਨਾਂ ਨੇ ਆਪਣੀ ਬੇਦਨ ਵਿਥਿਆ ਪਹੁੰਚਾਈ, ਉਹ ਵੀ ਆਪ ਜੀ ਨੇ ਕਥਾ ਸੁਣੀ ਜੀ। ਕੱਲ ਆਪ ਜੀ ਨੇ ਸੁਣਿਆ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਆਏ ਤੇ ਮਹਾਰਾਜ ਜੀ ਫਿਰ ਕੌਲਾਂ ਜੀ ਨੂੰ ਨਾਲ ਹੀ ਲੈ ਕੇ ਆਏ ਸਨ ਜੀ। ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਆਏ, ਉਹ ਵੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਸਾਧ ਸੰਗਤ ਜੀ, ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ। ਆਮ ਸੰਗਤਾਂ ਦੇ ਵਿੱਚ ਜਿੱਥੇ ਗੁਰੂ ਕੀਆਂ ਸੰਗਤਾਂ ਰਹਿੰਦੀਆਂ ਉੱਥੇ ਕੌਲਾਂ ਜੀ ਰਹਿਣ ਲੱਗ ਪਏ ਜੀ। ਇੱਕ ਪਾਸੇ ਕੌਲਾਂ ਜੀ ਨੂੰ ਤੰਬੂ ਲਾ ਦਿੱਤਾ ਗਿਆ। ਕੌਲਾਂ ਜੀ ਨੇ ਉੱਥੇ ਰਿਹਾ ਕਰਨਾ, ਦਿਨ ਰਾਤ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿਣਾ, ਗੁਰੂ ਜੀ ਦੀ ਸੰਗਤ ਕਰਨੀ, ਦਰਸ਼ਨ ਕਰਨੇ, ਬਾਣੀ ਪੜ੍ਹਨੀ ਤੇ ਜਨਮ ਸਫਲਾ ਕਰਨਾ ਜੀ। ਜਦੋਂ ਗੁਰੂ ਜੀ ਅੰਮ੍ਰਿਤਸਰ ਸਾਹਿਬ ਆਏ ਆ, ਸੰਗਤਾਂ ਨੇ ਇੰਨਾ ਚਾਅ ਕੀਤਾ ਜਿਵੇਂ ਦੀਵਾਲੀ ਹੋਵੇ ਜੀ। ਬਹੁਤ ਅੰਮ੍ਰਿਤਸਰ ਸਾਹਿਬ ਵਿੱਚ ਦੀਪਮਾਲਾ ਕੀਤੀ ਗਈ। ਕਿਉਂ? ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਗਵਾਲੀਅਰੋਂ ਆਏ ਜੀ, ਤੇ ਜਦੋਂ ਮਹਾਰਾਜ ਗਵਾਲੀਅਰੋਂ ਆਏ ਆ ਉਦੋਂ ਵੀ ਸੰਗਤਾਂ ਨੇ ਬਹੁਤ ਚਾਅ ਕੀਤਾ। ਕੁਝ ਦਿਨ ਮਹਾਰਾਜ ਸੱਚੇ ਪਾਤਸ਼ਾਹ ਰਹੇ ਆ ਤੇ ਫਿਰ ਗੁਰੂ ਜੀ ਮਹਾਰਾਜ ਚਲੇ ਗਏ ਆ ਸਾਧ ਸੰਗਤ ਜੀ ਲਾਹੌਰ ਨੂੰ ਜੀ, ਜਹਾਂਗੀਰ ਦੇ ਨਾਲ। ਤੇ ਉੱਥੇ ਲੰਮਾ ਸਮਾਂ ਮਹਾਰਾਜ ਲਾਹੌਰ ਦੇ ਵਿੱਚ ਰਹੇ ਜੀ। ਉਹਦੇ ਤੋਂ ਬਾਅਦ ਜਦੋਂ ਗੁਰੂ ਜੀ ਫਿਰ ਵਾਪਸ ਆਏ, ਗੁਰੂ ਜੀ ਦੀਆਂ ਸੰਗਤਾਂ ਨੇ ਬੜਾ ਚਾਅ ਕੀਤਾ ਜੀ। ਇੱਧਰ ਤੇ ਚਾਅ ਹੋਇਆ ਜੀ, ਉੱਧਰ ਕਾਜੀ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਵੀ ਮੇਰੀ ਧੀ ਗੁਰੂ ਕੀ ਸੰਗਤ ਦੇ ਨਾਲ ਹੀ ਚਲੇ ਗਈ ਹੈ ਜੀ। ਕਾਜੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਜਦੋਂ ਗੁਰੂ ਜੀ ਅੰਮ੍ਰਿਤਸਰ ਸਾਹਿਬ ਨੂੰ ਤੁਰੇ ਹੈ, ਮਹਾਰਾਜ ਇੱਕੋ ਦਿਨ ਵਿੱਚ ਅੰਮ੍ਰਿਤਸਰ ਆ ਗਏ ਫੌਜਾਂ ਦੇ ਸਹਿਤ ਜੀ। ਕਾਜੀ ਦੇ ਨਾਲ ਕੀ ਹੋਇਆ ਜੀ? ਕਾਜੀ ਨੂੰ ਇਸ ਗੱਲ ਦਾ ਪਤਾ ਨਹੀਂ। ਕਾਜੀ ਗਿਆ ਲਾਹੌਰ ਦੇ ਵਿੱਚ ਜਿੱਥੇ ਗੁਰੂ ਜੀ ਦਾ ਆਸਣ ਸੀਗਾ ਜੀ। ਉਹਨੇ ਵੇਖਿਆ ਸਾਰਾ ਹੀ ਡੇਰਾ ਖਾਲੀ ਹੈ ਤੇ ਕਾਜੀ ਦੀ ਪ੍ਰੀਤ ਤਾਂ ਧਨ ਵਿੱਚ ਸੀਗੀ ਜੀ। ਕਾਜੀ ਨੂੰ ਸੀ ਵੀ ਮੇਰੇ ਪੈਸੇ ਮਰ ਗਏ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਪੈਸੇ ਦੇਣ ਤੋਂ ਬਗੈਰ ਹੀ ਚਲੇ ਗਏ ਹੈ। ਕਾਜੀ ਫਿਰ ਦੁਖੀ ਹੋਇਆ, ਬੜੀਆਂ ਗੱਲਾਂ ਸੋਚਦਾ ਹੈ ਜੀ। ਬੜੇ ਮਨ ਦੇ ਵਿੱਚ ਉਹਨੇ ਫੁਰਨੇ ਬਣਾਉਣੇ, ਉਤਰਾ ਚੜਾ ਕਾਜੀ ਦੇ ਮਨ ਦੇ ਵਿੱਚ ਆਏ ਤੇ ਕਾਜੀ ਦੁਖੀ ਹੋਇਆ ਫਿਰ ਨਾ ਜੀ, ਆਪਣੇ ਆਪ 'ਚ ਹੀ ਦੁਖੀ ਹੋਇਆ ਜੀ। ਹਾਂਜੀ, ਤੇ ਅੰਮ੍ਰਿਤਸਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਉਣ ਦੇ ਬਾਰੇ ਸੋਚਦਾ ਜੀ। ਇੱਕ ਬੰਦਾ ਕਾਜੀ ਨੇ ਨਾਲ ਲਿਆ ਜੀ ਤੇ ਕਾਜੀ ਅੰਮ੍ਰਿਤਸਰ ਪਹੁੰਚਿਆ ਜੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਜਦੋਂ ਕਾਜੀ ਅੰਮ੍ਰਿਤਸਰ ਸਾਹਿਬ ਆਇਆ ਤੇ ਉਹਨੇ ਆਸੇ ਪਾਸੇ ਫਿਰਿਆ। ਹੁਣ ਉਹ ਪਤਾ ਕਰਦਾ ਵੀ ਗੁਰੂ ਜੀ ਇੱਥੇ ਹੈਗੇ ਨੇ ਜਾਂ ਨਹੀਂ ਹੈਗੇ। ਤੇ ਗੁਰੂ ਜੀ ਨੇ ਇਹ ਨਹੀਂ ਵੀ ਮੈਂ ਫਿਰ ਬੇਨਤੀ ਕਰਾਂ, ਕਈ ਲੋਕ ਕੌਲਾਂ ਜੀ ਦੇ ਤੇ ਗੁਰੂ ਜੀ ਦੇ ਰਿਸ਼ਤੇ ਨੂੰ ਵਕਾਰੀ ਰੂਪ ਦੇ ਦਿੰਦੇ ਆ। ਨਹੀਂ ਪਿਆਰਿਓ, ਗੁਰੂ ਜੀ ਤਾਂ ਉਹ ਇੰਨੇ ਮਹਾਨ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਦਰਸ਼ਨ ਕਰਕੇ ਵਕਾਰੀ ਪੁਰਸ਼ਾਂ ਦੇ ਵੀ ਮਨ ਪਵਿੱਤਰ ਹੋ ਜਾਂਦੇ ਆ, ਉਹਨਾਂ ਦੇ ਮਨ ਵੀ ਸ਼ਾਂਤ ਹੋ ਜਾਂਦੇ ਆ। ਤੇ ਗੁਰੂ ਸਾਹਿਬ ਤਾਂ ਬਹੁਤ ਵੱਡੇ ਹਨ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਸੋ ਕਾਜੀ ਜਿਹੜਾ ਸਾਧ ਸੰਗਤ ਜੀ ਉਹ ਮਹਾਰਾਜ ਦੇ ਦਰਸ਼ਨ ਕਰਨ ਲਈ ਆ ਰਿਹਾ। ਦਰਸ਼ਨ ਤਾਂ ਬਹਾਨਾ ਜੀ, ਮੁੱਕ ਦੀ ਗੱਲ ਤੇ ਉਹਨੇ 10,000 ਰੁਪਈਆ ਲੈਣ ਵਾਸਤੇ ਆਉਣਾ ਜੀ। ਉਹਦੀ ਸੁਰਤ ਮਾਇਆ ਵਿੱਚ ਹੀ ਫਸੀ ਹੈ ਵੀ ਮੈਨੂੰ 10,000 ਕਿਸੇ ਹਿਸਾਬ ਦੇ ਨਾਲ ਮਿਲੇ। ਹੁਣ ਅੱਗੋਂ ਆਪਾਂ ਕਥਾ ਸੁਣੀਏ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਫਿਰ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ,
ਉਤਸਵ ਆਦਿਕ ਦੀਪਕ ਮਾਲਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ, ਕਾਜੀ ਆਇਆ ਇੱਥੇ, ਉਹਨੇ ਆ ਕੇ ਪੁੱਛਿਆ, ਇੱਕ ਨੌਕਰ ਨਾਲ ਲਿਆ ਤੇ ਏਕ ਨਫਰ ਲੈ ਸੰਗ ਸਿਧਾਰਾ, ਸੁਧ ਬੂਜਤ ਗੁਰ ਨਗਰ ਮਝਾਰਾ, ਸੁਨਤ ਮਾਰਗੀ ਦੇਤ ਬਤਾਏ, ਸਤਿਗੁਰ ਸਦਨ ਬਿਰਾਜੇ ਜਾਏ। ਦੱਸਣ ਵਾਲੇ ਨੇ ਫਿਰ ਕਾਜੀ ਨੂੰ ਦੱਸਿਆ ਵੀ ਕਾਜੀ ਜੀ, ਗੁਰੂ ਜੀ ਤਾਂ ਗੁਰੂ ਕੇ ਮਹਿਲਾਂ ਵਿੱਚ ਸੱਜੇ ਹੋਏ ਆ। ਜਦੋਂ ਮਹਾਰਾਜ ਆਏ ਉਰੋਂ ਤਾਂ ਬਹੁਤ ਦੀਵਾਲੀ ਵਾਲਾ ਉਤਸਵ ਮਨਾਇਆ ਗਿਆ। ਹਾਂਜੀ। ਛੁੱਟੀ ਤਫੰਗੈ ਸ਼ਲਖ ਬਿਸਾਲਾ। ਬੜੀ ਆਤਿਸ਼ਬਾਜ਼ੀ ਹੋਈ ਉਸ ਦਿਨ ਤੇ ਮਹਾਰਾਜ ਜੀ ਜਦੋਂ ਆਏ ਆ, ਬੰਦੂਕਾਂ ਚੱਲੀਆਂ ਨੇ, ਜਿਹਨੂੰ ਹਵਾਈ ਫਾਇਰ ਕਹਿੰਦੇ ਆ, ਉਹ ਕੀਤੇ ਗਏ ਸਨ। ਗੁਰਸਿੱਖਾਂ ਨੇ ਮਹਾਰਾਜ ਜੀ ਦੇ ਆਉਣ ਦੀ ਖੁਸ਼ੀ 'ਚ ਕੀਤੇ ਸਨ ਜੀ। ਹਾਂਜੀ। ਸੰਗਤ ਆਵਤ ਜਾਤ ਅਨੇਕ। ਤੇ ਉਹ ਸਿੱਖ ਨੇ ਕਾਜੀ ਨੂੰ ਦੱਸਿਆ ਵੀ ਮਹਾਰਾਜ ਕੋਲ ਤਾਂ ਬੜੀ ਸੰਗਤ ਆ ਰਹੀ ਹੈ, ਅਨੇਕ ਤਰ੍ਹਾਂ ਦੀ ਸੰਗਤ ਗੁਰੂ ਜੀ ਦੇ ਚਰਨਾਂ ਵਿੱਚ ਆ ਰਹੀ ਹੈ। ਹਾਂਜੀ। ਸੋ ਜਸ ਕਰਤ ਬਹੁ ਜਲਦ ਵਿਵੇਕ। ਤੇ ਸਾਡੇ ਗਿਆਨ ਦੇ ਸਮੁੰਦਰ, ਗਿਆਨ ਦੇ ਦਾਤੇ ਸਾਡੇ ਸਤਿਗੁਰੂ ਜੀ ਦਾ ਜਸ ਕਰ ਰਹੀ ਹੈ ਸੰਗਤ। ਕਾਜੀ ਨੇ ਇਹ ਸਾਰੀ ਗੱਲ ਜਿਹੜੀ ਹੈ ਇੱਕ ਸਿੱਖ ਦੇ ਮੁਖੋਂ ਅੰਮ੍ਰਿਤਸਰ ਆ ਕੇ ਸੁਣੀ। ਸੁਣ ਕਾਜੀ ਔਰ ਨਿਸ਼ਚੈ ਆਵਤ। ਸੁਣ ਕੇ ਕਾਜੀ ਦੇ ਮਨ 'ਚ ਪੱਕਾ ਹੋ ਗਿਆ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਕਾਜੀ ਦੇ ਮਨ 'ਚ ਇਹ ਗੱਲ ਪੱਕੀ ਹੋ ਗਈ ਜੀ। ਹਾਂਜੀ। ਨਿਜਪੁਰ ਘਰ ਤਜ ਕਰ ਕਿਮ ਜਾਵਤ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਉਹ ਕਹਿੰਦਾ ਵੀ ਮਹਾਰਾਜ ਇੱਥੇ ਆ ਤੇ ਹੁਣ ਪੈਸੇ ਮੰਗਦਾ, ਹੁਣ ਮਹਾਰਾਜ ਘਰ ਛੱਡ ਕੇ ਕਿੱਥੇ ਜਾਣਗੇ। ਉਹਦੇ ਮਨ 'ਚ ਪਤਾ ਕੀ ਗੱਲ ਹੈਗੀ ਹੈ ਕਿ ਮੇਰੇ ਪੈਸੇ ਨਾ ਦੇਣੇ ਸੀਗੇ ਮਹਾਰਾਜ ਨੇ ਤੇ ਤਾਂ ਅੰਮ੍ਰਿਤਸਰ ਆ ਗਏ। ਅਸਲ ਵਿੱਚ ਅੰਮ੍ਰਿਤਸਰ ਦੀਆਂ ਸੰਗਤਾਂ ਮਹਾਰਾਜ ਨੂੰ ਉਡੀਕ ਰਹੀਆਂ ਸਨ ਜੀ। ਹਾਂਜੀ। ਇਹਾਂ ਰਹਿਤ ਧਨ ਰਹੇ ਨਾ ਮੋਰਾ, ਲੇਵੋਂ ਭਲੇ ਪਾਏ ਕਰ ਜੋਰਾ। ਤੇ ਕਹਿਣ ਲੱਗਾ ਵੀ ਹੁਣ ਜ਼ੋਰ ਪਾ ਕੇ ਹੀ ਪੈਸੇ ਲੈਣੇ ਪੈਣੇ, ਹੁਣ ਮਹਾਰਾਜ ਇੱਥੇ ਰਹਿਣਗੇ, ਇੱਥੋਂ ਕਿੱਥੇ ਅੱਗੇ ਜਾਣਗੇ, ਤੇ ਜ਼ੋਰ ਪਾ ਕੇ ਪੈਸੇ ਲਵਾਂਗਾ। ਮਤਲਬ ਪੂਰੇ ਗੁਰੂ ਜੀ ਦੇ ਕੋਲ ਆ ਕੇ ਵੀ ਸੁਰਤ ਕਾਜੀ ਦੀ ਮਾਇਆ ਵਿੱਚ ਹੀ ਹੈਗੀ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਉਹ ਅੱਗੇ ਇੱਕ ਦਿਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਆਇਆ ਸੀ ਨਾ, ਦਾਦਰ ਤੂੰ ਕਬਹਿ ਨਾ ਜਾਣਸ ਰੇ, ਭਖਸ ਸਬਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਖਸ ਰੇ। ਐਸੇ ਪੁਰਸ਼ਾਂ ਨੂੰ ਡੱਡੂ ਦੇ ਨਾਲ ਤੁਲਨਾ ਦਿੱਤੀ ਬਾਣੀ ਨੇ ਜੀ। ਹਾਂਜੀ। ਕਹਿੰਦੇ ਡਾਡੂ ਕਦੀ ਨਹੀਂ ਇਹ ਗੱਲ ਜਾਣਦਾ, ਰਹਿੰਦਾ ਅੰਮ੍ਰਿਤ ਜਲ 'ਚ ਹੈ ਪਰ ਉੱਥੇ ਰਹਿ ਕੇ ਵੀ ਕਾਈ ਖਾਂਦਾ ਹੈ ਜੀ। ਕਾਈ ਖਾਣੀ ਜੀ ਉਹਨੇ, ਉਹਦਾ ਸੁਭਾਅ ਬਣ ਗਿਆ ਜੀ। ਹੁਣ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ, ਪਰ ਉਹ ਭਾਵ ਨਹੀਂ ਹੈਗਾ ਮਨ 'ਚ। ਗੱਲ ਤੇ ਮਾਇਆ ਦੀ ਹੈਗੀ ਜੀ ਸਾਰੀ ਜੀ। ਹਾਂਜੀ। ਬਿਗਰੋ ਬ੍ਰਿਧ ਦੀਵਾਨ ਮੁਝ ਸੰਗ, ਸੋ ਕਹਿ ਕਰਹਿ ਨਾ ਕਛੁ ਕੁਟੰਗ। ਫਿਰ ਪੜੋ। ਬਿਗਰਿਓ ਬ੍ਰਿਧ ਦੀਵਾਨ ਮੁਝ ਸੰਗ, ਸੋ ਕਹਿ ਕਰਹਿ ਨਾ ਕਛੁ ਕੁਟੰਗ। ਆਖੋ ਵਾਹਿਗੁਰੂ। ਵਾਹਿਗੁਰੂ। ਕਾਜੀ ਮਨ 'ਚ ਸੋਚਦਾ ਵੀ ਮਹਾਰਾਜ ਦਾ ਦੀਵਾਨ ਮੇਰੇ ਨਾਲ ਲੜ ਪਿਆ ਸੀ। ਦੀਵਾਨ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਰਿਹਾ ਜੀ, ਜਿੰਨੇ ਮਾਇਆ ਦੇਣੀ ਸਾਰੀ ਜੀ। ਖਜ਼ਾਨਚੀ ਨੂੰ ਦੀਵਾਨ ਵੀ ਕਹਿੰਦੇ ਹੈਗੇ ਆ ਜੀ। ਇਹ ਗੁਰੂ ਘਰ ਦਾ ਦੀਵਾਨ ਹੈਗਾ ਜੀ। ਜਿਹਦੇ ਕੋਲ ਮਾਇਆ ਦਾ ਪ੍ਰਬੰਧ ਹੋਵੇ ਨਾ, ਉਹਨੂੰ ਦੀਵਾਨ ਕਹਿੰਦੇ ਜੀ। ਤੇ ਕਹਿਣ ਲੱਗਾ ਵੀ ਉਸ ਦਿਨ ਤੇ ਬਾਬਾ ਬੁੱਢਾ ਜੀ ਮੇਰੇ ਨਾਲ ਲੜ ਪਏ ਸੀਗੇ। ਹੈਂ। ਸੋ ਕਹਿ ਕਰਹਿ ਨਾ ਕਛ ਕੁਟੰਗ। ਆਖੋ ਵਾਹਿਗੁਰੂ। ਵਾਹਿਗੁਰੂ। ਉਹ ਹੁਣ ਉਹ ਵੀ ਉੱਥੇ ਹੋਣੇ ਬਾਬਾ ਬੁੱਢਾ ਜੀ, ਉਹ ਨਾ ਹੁਣ ਮੈਨੂੰ ਕੁਝ ਆਖਣ, ਕਿਤੇ ਜਵਾਈ ਵਾਲੀ ਗੱਲ ਮਹਾਰਾਜ ਨੂੰ ਨਾ ਦੱਸ ਦੇਣ। ਹਾਂਜੀ। ਦੇਹ ਸੁਖੇਨ ਤਉ ਰਸ ਰਹੈ। ਹੁਣ ਤਾਂ ਸੌਖੀ ਮਾਇਆ ਮਿਲ ਜੇ ਤਾਂ ਪਿਆਰ ਬਣਿਆ ਰਵੇਗਾ ਸਾਡਾ। ਹਾਂਜੀ। ਨਤੁਰ ਬਿਰਸ ਬਿਗਰਿਓ ਹੀ ਅਹੈ। ਨਤੁਰ ਬਿਰਸ ਬਿਗਰਿਓ ਹੀ ਅਹੈ। ਨਹੀਂ ਤਾਂ ਫਿਰ ਬਿਰਾਸੀ ਹੈ, ਲੜਾਈ ਹੋਏਗੀ, ਝਗੜਾ ਹੋਏਗਾ। ਹਾਂਜੀ। ਇਮ ਚਿਤਵਤ ਚਿਤ ਚਿੰਤਾ ਸੰਗ, ਮੂਰਖ ਲਖੇ ਨਾ ਭਇਓ ਕਟੰਗ। ਤੇ ਸਾਧ ਸੰਗਤ ਜੀ ਇਹ ਸੋਚਦਾ ਕਾਜੀ ਅੱਗੇ ਤੁਰ ਰਿਹਾ ਜੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਮੂਰਖ
ਲਖਹੇ ਨਾ ਭਇਓ ਕੁਟੰਗ। ਪੁੱਠੀ ਚਾਲੇ ਚੱਲ ਪਿਆ ਜੀ। ਗੁਰੂ ਜੀ ਦਾ ਪ੍ਰਤਾਪ ਨਹੀਂ ਜਾਣਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਹਾਂਜੀ। ਪਹੁੰਚਿਓ ਰਾਮਦਾਸਪੁਰ ਆਏ। ਇੱਕ ਨੌਕਰ ਨਾਲ ਹੈ, ਚੱਲਦਾ ਚੱਲਦਾ ਕਾਜੀ ਜਿਹੜਾ ਹੈ, ਇੱਕ ਰਾਤ ਪਹਿਲਾਂ ਕਿਤੇ ਸਫ਼ਰ ਕੀਤਾ, ਫਿਰ ਸਾਰਾ ਦਿਨ ਚੱਲਿਆ ਤੇ ਰਾਮਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ। ਸੁੰਦਰ ਸਦਨ ਸ਼ਬਦ ਸਮੁਦਾਏ। ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਸਾਧ ਸੰਗਤ ਜੀ ਆ ਕੇ ਸੁੰਦਰ ਸਦਨ ਸ਼ੁਭਤ ਸਮੁਦਾਏ ਆ ਕੇ ਅੰਮ੍ਰਿਤਸਰ ਵੇਖਦਾ। ਬੜੇ ਬੜੇ ਵਧੀਆ ਘਰ ਬਣੇ ਨੇ ਜੀ ਅੰਮ੍ਰਿਤਸਰ 'ਚ। ਉਸ ਜ਼ਮਾਨੇ ਵਿੱਚ ਵੀ ਅੰਮ੍ਰਿਤਸਰ ਬੜੇ ਵਧੀਆ ਘਰ ਸਨ ਜੀ। ਹਾਂਜੀ। ਤਿਤ ਦਿਸ਼ ਗੁਰੂ ਅਖੇਰ ਸਿਧਾਰੇ। ਨਿਰਖੇ ਹੈ ਪਰ ਹੈ ਪੁਜ ਭਾਰੇ। ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਕਾਜੀ ਪਹੁੰਚਿਆ ਨਾ ਉਸ ਸਮੇਂ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਗਏ ਹੋਏ ਸਨ ਜੀ। ਮਹਾਰਾਜ ਇੱਕ ਪਾਸੇ ਸਨ। ਹਾਂਜੀ। ਦੇਖ ਦੂਰ ਤੇ ਹਰਖਤ ਹੋਹੀ। ਲਖਿਓ ਖੁਦਾਏ ਮਦਦ ਬਹੁ ਮੋਹੀ। ਆਖੋ ਵਾਹਿਗੁਰੂ ਵਾਹਿਗੁਰੂ। ਇਹਨੇ ਦੂਰੋਂ ਕਿਤੇ ਵੇਖ ਲਿਆ ਮਹਾਰਾਜ ਨੂੰ ਜਾਂਦਿਆਂ, ਤੇ ਕਾਜੀ ਦੂਰੋਂ ਹੀ ਵੇਖ ਕੇ ਖੁਸ਼ ਹੋਇਆ। ਕਿਉਂ ਖੁਸ਼ ਹੋਇਆ ਜੀ? ਕਹਿੰਦਾ ਲਖਿਓ ਖੁਦਾਏ ਮਦਦ ਬਹੁ ਮੋਹੀ। ਕਾਜੀ ਕਹਿੰਦਾ ਰੱਬ ਨੇ ਬੜੀ ਮੇਰੀ ਮਦਦ ਕੀਤੀ, ਪੈਸੇ ਸੌਖੇ ਮਿਲ ਜਾਣਗੇ, ਮਹਾਰਾਜ ਇੱਥੇ ਹੀ ਹੈਗੇ ਨੇ। ਤਾਂ ਪਿਆਰ ਵਾਲੇ ਤੇ ਦੂਰੋਂ ਹੀ ਦਰਸ਼ਨ ਕਰਦੇ ਮਹਾਰਾਜ ਦੇ, ਤਾਂ ਉਹਨਾਂ ਨੂੰ ਚਾਓ ਚੜ੍ਹਦੇ ਆ ਜੀ। ਹਾਂਜੀ। ਹੁਤੋ ਨਗਰ ਮਹਿ ਸਦਨ ਪ੍ਰਵੇਸ਼ਾ। ਹੋਤ ਮਿਲਨ ਮਹਿ ਬਿਲਮ ਵਿਸ਼ੇਸ਼ਾ। ਤੇ ਨਗਰ ਦੇ ਵਿੱਚ ਦਾਖਲ ਹੋ ਗਿਆ ਜੀ। ਹਾਂਜੀ। ਹੁਤੋ ਨਗਰ ਮਹਿ ਸਦਨ ਪ੍ਰਵੇਸ਼ਾ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨਗਰ ਵਿੱਚ ਹੀ ਨੇ। ਇਹਨੂੰ ਅੰਦਰ ਆਉਂਦਿਆਂ ਸਮਾਂ ਲੱਗਾ। ਮਹਾਰਾਜ ਵਿਚਰ ਕੇ ਸੱਚੇ ਪਾਤਸ਼ਾਹ ਵਾਪਸ ਆ ਗਏ ਜੀ। ਇਹ ਬਾਹਰ ਹੀ ਰਿਹਾ, ਪਤਾ ਲਵਾਉਂਦਾ ਰਿਹਾ ਸਾਰੀ ਗੱਲ ਦਾ ਜੀ। ਤੇ ਹੋਤ ਮਿਲਨ ਮਹਿ ਬਿਲਮ ਵਿਸ਼ੇਖਾ। ਪਰ ਇੱਕਦਮ ਗੁਰੂ ਸਾਹਿਬ ਨਾਲ ਮਿਲਿਆ ਨਹੀਂ ਸੀ ਜਾਣਾ, ਦੇਰ ਤੇ ਲੱਗਣੀ ਸੀਗੀ ਜੀ। ਸਿੱਧਾ ਹਰ ਇੱਕ ਬੰਦੇ ਦੀ ਪਹੁੰਚ ਹੀ ਨਹੀਂ ਸੀਗੀ ਵੀ ਸਿੱਧਾ ਆ ਕੇ ਮਹਾਰਾਜ ਨਾਲ ਗੱਲ ਕਰਦਾ ਜੀ। ਹਾਂਜੀ। ਵਹਿਰ ਤੁਰਤ ਹੀ ਕਹਿਬੋ ਹੋਏ। ਦੇਤ ਕੇ ਨਹੀਂ ਫਰਕ ਹੈ ਸੋਏ। ਆਖੋ ਵਾਹਿਗੁਰੂ ਵਾਹਿਗੁਰੂ। ਇਹਨੇ ਪਹਿਲਾਂ ਹੀ ਫੁਰਨਾ ਬਣਾ ਲਿਆ ਸੀ। ਜਦੋਂ ਮਹਾਰਾਜ ਘਰ ਆਉਣ ਨਾ ਜੀ, ਇਹਨੇ ਪਹਿਲਾਂ ਹੀ ਫੁਰਨਾ ਬਣਾ ਲਿਆ ਸੀ ਵੀ ਮੈਂ ਜਦੋਂ ਮਹਾਰਾਜ ਘਰ ਆਉਣਗੇ ਨਾ ਤੇ ਰਸਤੇ ਵਿੱਚ ਹੀ ਰੋਕ ਕੇ ਕਹਿਣਾ ਵੀ ਪੈਸੇ ਦੇ ਦਿਓ ਮੇਰੇ। ਹਾਂਜੀ। ਗਇਓ ਨਿਕਟ ਝੁਕ ਕਰੀ ਸਲਾਮੂ। ਤੇ ਸਾਧ ਸੰਗਤ ਜੀ ਫਿਰ ਉਧਰੋਂ ਮਹਾਰਾਜ ਆਏ। ਕਾਜੀ ਛੇਤੀ ਦੇ ਨਾਲ ਆਪਣੇ ਚੇਲੇ ਨੂੰ ਨਾਲ ਲੈ ਕੇ ਅੱਗੇ ਹੋਇਆ। ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਮਹਾਰਾਜ ਜੀ ਲੰਘ ਰਹੇ ਆ। ਇਹਨੇ ਫਿਰ ਝੁੱਕ ਕੇ ਸਲਾਮ ਕੀਤੀ ਜੀ। ਹਾਂਜੀ। ਟਿਕੇ ਗਏ ਮਿਲ ਸੁਭਟ ਤਮਾਮੂ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਸਤਿਗੁਰੂ ਜੀ ਕਾਜੀ ਨੂੰ ਦੇਖ ਕੇ ਮਹਾਰਾਜ ਖਲੋ ਗਏ ਜੀ। ਟਿਕੇ ਗਏ ਮਿਲ ਸੁਭਟ ਤਮਾਮੂ। ਟਿਕ ਗਏ, ਟਿਕੇ ਗਏ। ਮਹਾਰਾਜ ਗਰੀਬ ਨਵਾਜ ਰੁਕ ਗਏ। ਜਿੰਨੇ ਸਿਪਾਹੀ ਸਨ ਸਾਰੇ ਨਾਲ ਰੁਕ ਗਏ ਜੀ। ਹਾਂਜੀ। ਕਾਜੀ ਆਓ ਕਹੀ ਗੁਰਬਾਨੀ। ਤੇ ਮਹਾਰਾਜ ਆਪਣੇ ਅੰਮ੍ਰਿਤ ਮੁਖੜੇ ਤੋਂ ਬਚਨ ਕਰਦੇ। ਮਹਾਰਾਜ ਕਹਿੰਦੇ ਆਓ ਕਾਜੀ ਜੀ। ਆਵਨ ਇਤਹਿ ਸ਼ੀਕ੍ਰਤਾ ਠਾਨੀ। ਮਹਾਰਾਜ ਕਹਿੰਦੇ ਬੜੀ ਛੇਤੀ ਆ ਗਏ ਹੋ ਇੱਥੇ। ਉਸੇ ਵੇਲੇ ਹੀ ਤੁਰ ਪਿਆ ਸੀਗਾ ਜੀ। ਜੀ ਮਹਾਰਾਜ ਕਹਿੰਦੇ ਬਹੁਤ ਛੇਤੀ ਕੀਤੀ ਆਉਣ ਦੀ ਸਾਡੇ ਵਾਲੇ ਪਾਸੇ। ਤੇ ਸੰਗਤ ਜੀ ਗੱਲ ਤੇ ਸੱਚੀ ਹੈ। ਜਿੱਧਰੋਂ ਮਾਇਆ ਮਿਲਣੀ ਹੁੰਦੀ ਨਾ ਗੁਰਦੁਆਰੇ ਤੇ ਭਾਵੇਂ ਲੇਟ ਹੋ ਜੇ, ਉਧਰੋਂ ਨਹੀਂ ਬੰਦਾ ਲੇਟ ਹੁੰਦਾ ਜੀ। ਛੇਤੀ ਕਰਦਾ ਜੀ ਬੰਦਾ ਜੀ, ਸੁਭਾਅ ਨੇ ਜੀ। ਹਾਂਜੀ। ਲਖੀਅਤ ਦਰਬ ਹੇਤ ਕਰ ਧਾਏ। ਆਛੀ ਕਰੀ ਤੁਰਤ ਚੱਲ ਆਏ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਸਤਿਗੁਰੂ ਜੀ ਤੇ ਸਮਝ ਹੀ ਗਏ ਸਨ। ਮਹਾਰਾਜ ਤੇ ਜਾਣ ਗਏ ਸੀਗੇ ਵੀ ਇਹ ਛੇਤੀ ਆਇਆ, ਮਾਇਆ ਲੈਣ ਵਾਸਤੇ ਆਇਆ ਹੈ, ਹੋਰ ਇਹਨੇ ਕੀ ਕਰਨ ਆਉਣਾ ਹੈ।
ਹਾਂਜੀ। ਸੁਨ ਕਾਜੀ ਬੋਲਿਓ ਹਰ ਖਾਨਾ, ਹਾਂਜੀ। ਆਪ ਅਚਾਨਕ ਕੀਨਸ ਪਿਆਨਾ। ਤੇ ਜਦੋਂ ਮਹਾਰਾਜ ਨੇ ਕਿਹਾ ਨਾ ਕਾਜੀ ਜੀ ਬੜੀ ਛੇਤੀ ਆ ਗਏ, ਤੇ ਕਾਜੀ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਤੁਸੀਂ ਫਿਰ ਬਿਨਾਂ ਦੱਸੇ ਹੀ ਆ ਗਏ ਸੱਚੇ ਪਾਤਸ਼ਾਹ। ਮਹਾਰਾਜ ਆਪ ਅਚਾਨਕ ਕੀਨਸ ਪਿਆਨਾ, ਮਹਾਰਾਜ ਤੁਸੀਂ ਅਚਾਨਕ ਹੀ ਆ ਗਏ ਲਾਹੌਰ ਤੋਂ। ਹਾਂਜੀ। ਇੱਕ ਤੋਂ ਲਰਿਓ ਦੀਵਾਨ ਤੁਮਾਰਾ। ਤੇ ਵੇਖੋ ਬਾਬਾ ਬੁੱਢਾ ਜੀ ਦੇ ਬਾਰੇ ਕਹਿ ਰਿਹਾ ਜੀ, ਕਹਿੰਦਾ ਜੀ ਵੇਖੋ ਮਹਾਰਾਜ ਤੁਹਾਡੇ ਦੀਵਾਨ ਜਿਹੜੇ ਬਾਬਾ ਬੁੱਢਾ ਜੀ ਨੇ ਉਹ ਮੇਰੇ ਨਾਲ ਲੜ ਪਏ ਜੀ। ਕਿਸੇ ਹੋਰ ਬੰਦੇ ਬਾਰੇ ਆਖੋ ਤੇ ਮੰਨਿਆ ਵੀ ਜਾਵੇ, ਬਾਬਾ ਬੁੱਢਾ ਜੀ ਬਾਰੇ ਤੇ ਮੰਨਿਆ ਹੀ ਨਹੀਂ ਜਾ ਸਕਦਾ ਜੀ। ਹਾਂਜੀ। ਬਿਨ ਸੁਧ ਆਪ ਭਏ ਅਸਵਾਰਾ। ਕਹਿੰਦਾ ਜੀ ਇੱਕ ਤੇ ਤੁਹਾਡੇ ਦੀਵਾਨ ਸਾਹਿਬ ਲੜ ਪਏ, ਦੂਜਾ ਫਿਰ ਤੁਸੀਂ ਵੀ ਬਿਨਾਂ ਦੱਸੇ ਹੀ ਆ ਗਏ। ਹਾਂਜੀ। ਥਿਰਿਓ ਨਾ ਗਇਓ ਹਿਰਦੇ ਧ੍ਰਿਤ ਤਰਕਾ। ਤੇ ਫਿਰ ਮੇਰੇ ਕੋਲੋਂ ਤੇ ਹੌਸਲਾ ਹੀ ਨਹੀਂ ਤਾਰਿਆ ਗਿਆ, ਤੇ ਮੈਂ ਛੇਤੀ ਕਰਕੇ ਆਇਆ ਵਾਂ। ਹਾਂਜੀ। ਜਾਂ ਤੇ ਆਇਓ ਤੂਰਨ ਘਰਿਕੈ। ਤੇ ਮੈਂ ਤਾਂ ਛੇਤੀ ਕੀਤੀ ਵੀ ਮਹਾਰਾਜ ਦੇ ਕੋਲ ਜਾਵਾਂ, ਦਰਸ਼ਨ ਕਰਾਂ ਮਹਾਰਾਜ ਦੇ। ਹਾਂਜੀ। ਆਜ ਕਾਲ ਕਰਤੇ ਦਿਨ ਬੀਤੇ, ਬਿਨਾ ਲੇ ਕਮ ਆਏ ਪ੍ਰਤੀਤੇ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਫਿਰ ਮੇਨ ਗੱਲ ਕੀਤੀ ਜੀ ਜਿਹਦੇ ਕਰਕੇ ਆਇਆ ਸੀ। ਕਹਿੰਦਾ ਜੀ ਅੱਜ ਕੱਲ ਕਰਦਿਆਂ ਬੜੇ ਦਿਨ ਲੰਘ ਗਏ ਆ, ਬੜੇ ਦਿਨ ਲੰਘ ਗਏ ਆ ਤੇ ਮਾਇਆ ਨਹੀਂ ਮਿਲੀ, ਤੇ ਜਿੰਨਾ ਚਿਰ ਤੱਕ ਮਾਇਆ ਮਿਲੇਗੀ ਨਹੀਂ ਤੇ ਮੈਨੂੰ ਭਰੋਸਾ ਨਹੀਂ ਹੋਣਾ। ਹਾਂਜੀ। ਸ਼੍ਰੀ ਹਰਗੋਬਿੰਦ ਪਰਖਨ ਠਾਨਾ। ਹਾਂਜੀ। ਸੁਤਾ ਪ੍ਰਸੰਗ ਨਾ ਲਖਿਓ ਅਜਾਨਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਦੀ ਗੱਲਬਾਤ ਤੋਂ ਅੰਦਾਜ਼ਾ ਲਾਇਆ ਜੀ। ਵੈਸੇ ਵੀ ਮਹਾਰਾਜ ਅੰਤਰਜਾਮੀ ਜਾਣੀ ਜਾਣ, ਸਾਰਾ ਕੁਝ ਜਾਣਦੇ ਆ, ਪਰ ਮਹਾਰਾਜ ਨੇ ਅੰਦਾਜ਼ਾ ਲਾਇਆ ਵੀ ਇਹਨੂੰ ਆਪਣੀ ਧੀ ਦੀ ਅਜੇ ਗੱਲ ਦਾ ਪਤਾ ਹੀ ਨਹੀਂ ਹੈਗਾ ਵੀ ਕੌਲਾਂ ਜੀ ਵੀ ਸੰਗਤ ਦੇ ਨਾਲ ਹੀ ਰਲ ਕੇ ਇੱਥੇ ਆ ਗਏ ਆ। ਅਜੇ ਇਹਨੂੰ ਉਸ ਗੱਲ ਦਾ ਪਤਾ ਹੀ ਨਹੀਂ ਹੈਗਾ, ਨਹੀਂ ਤੇ ਇਹਨੇ ਇਸ ਤਰ੍ਹਾਂ ਬੋਲਣਾ ਹੀ ਨਹੀਂ ਸੀ ਸਾਡੇ ਨਾਲ। ਹਾਂਜੀ। ਸਭ ਸੁਭਟਨ ਪੀ ਜਾਣਿਓ ਐਸੇ। ਤੇ ਸੂਰਮਿਆਂ ਨੇ ਵੀ ਨਾਲ ਜਾਣੇ, ਸਿਪਾਹੀਆਂ ਨੇ ਵੀ ਜਾਣਿਆ। ਤੇ ਸਾਧ ਸੰਗਤ ਜੀ ਇਹ ਸਿਪਾਹੀ ਹੈ ਤਾਂ ਸਰੀਰ ਮਨੁੱਖਾਂ ਵਾਲੇ ਹੀ ਹੈ, ਪਰ ਹੈ ਸਾਰੇ ਦੇਵਤੇ ਹੀ ਨੇ। ਸਤਿਗੁਰੂ ਜੀ ਦੇ ਨਾਲ ਆ ਕੇ ਰਲੇ ਹੋਏ ਨੇ, ਸੇਵਾ ਕਰ ਰਹੇ। ਉਹਨਾਂ ਵੀ ਸਾਰਿਆਂ ਨੇ ਸਮਝਿਆ ਵੀ ਇਹਨੂੰ ਅਜੇ ਇੱਕ ਗੱਲ ਹੋਰ ਪਤਾ ਹੀ ਨਹੀਂ ਹੈਗੀ ਕੌਲਾਂ ਜੀ ਵਾਲੀ। ਹਾਂਜੀ। ਦੁਹਿਤਾ ਬਾਤ ਨਾ ਜਾਣੀ ਕੈਸੇ। ਵੀ ਆਪਣੀ ਲੜਕੀ ਬਾਰੇ ਜੇ ਇਹਨੂੰ ਪਤਾ ਨਹੀਂ ਲੱਗਾ ਵੀ ਉਹ ਘਰ 'ਚ ਨਹੀਂ ਹੈਗੀ, ਇੱਥੇ ਸੰਗਤ ਵਿੱਚ ਹੈਗੀ ਹੈ। ਹਾਂਜੀ। ਸਾਦਰ ਸਤਿਗੁਰ ਤਬਹਿ ਬਖਾਨਾ, ਲਿਹੋ ਆਪਣੋ ਧਨ ਜੇਤਿਕ ਜਾਨਾ। ਤੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਫਿਰ ਸਤਿਗੁਰੂ ਜੀ ਨਾ ਬੜੇ ਸਤਿਕਾਰ ਨਾਲ ਕਾਜੀ ਨੂੰ ਕਹਿਣ ਲੱਗੇ। ਮਹਾਰਾਜ ਕਹਿੰਦੇ ਕਾਜੀ ਜੀ ਇਹ ਕਿਹੜੀ ਗੱਲ ਹੈਗੀ ਹੈ, ਤੁਹਾਨੂੰ ਤੁਹਾਡੀ ਮਾਇਆ ਸਤਿਕਾਰ ਨਾ ਦੇਣੀ ਹੁਣ ਕਹਿਣ ਲੱਗੇ। ਹਾਂਜੀ। ਰਹੋ ਰੈਨ ਕਹੋ ਪ੍ਰਾਤ ਸਿਧਾਵਹੋ। ਤੇ ਰਹੋ ਰੈਨ ਕਹੋ ਪ੍ਰਾਤ ਸਿਧਾਵਹੋ, ਰਾਤ ਤੇ ਰਹੋ ਕਹਿਣ ਲੱਗੇ ਗੁਰੂ ਦੀ ਨਗਰੀ ਚ ਆਏ ਚ, ਦਿਨੇ ਚਲੇ ਜਾਇਓ। ਹਾਂਜੀ। ਧਨ ਕੀ ਹੁੰਡੀ ਲਿਖ ਲੈ ਜਾਵਹੋ। ਤੇ ਇੰਨੀ ਮਾਇਆ ਕਿੱਥੇ ਉੱਥੇ ਲੈ ਕੇ ਜਾਓਗੇ, ਲਾਹੌਰ ਦੀ ਅਸੀਂ ਹੁੰਡੀ ਕਰ ਦਿੰਦੇ ਆ। ਹੁੰਡੀ ਸਿਸਟਮ ਸੀਗਾ ਵੀ ਚੈੱਕ ਸਿਸਟਮ ਸੀਗਾ ਜੀ। ਮਾਇਆ ਹੁੰਦੀ ਸੀਗੀ ਅੱਗੇ, ਉਹਨੂੰ ਹੁੰਡੀ ਕਰਦੇ ਹੀ ਸੀ ਵੀ ਸਾਡਾ ਬੰਦਾ ਆਏਗਾ ਉਹਨੂੰ ਇੰਨੇ ਪੈਸੇ ਦੇ ਦੇਣੇ, ਜਿਵੇਂ ਅੱਜ ਚੈੱਕ ਹੈ ਜੀ। ਤੇ ਉਦੋਂ ਬੈਂਕ ਉਦੋਂ ਵੀ ਹੁੰਦੇ ਸਨ, ਪਰ ਉਦੋਂ ਇਹ ਇਸ ਲੈਵਲ ਦੇ ਨਹੀਂ ਸੀ ਹੁੰਦੇ। ਮਹਾਰਾਜ ਕਹਿੰਦੇ ਤੁਹਾਨੂੰ ਹੁੰਡੀ ਕਰ ਦਿੰਦੇ 10,000 ਦੀ। ਹਾਂਜੀ। ਲਏ ਸੰਗ ਗੁਰਪੁਰ ਕੋ ਮੁਰੇ, ਹਾਂਜੀ। ਗਮਨ ਕੀਨ ਕੇਤਕ ਜਬ ਉਰੇ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਇਹ ਕਹਿ ਕੇ ਤੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਨਾਲ ਲੈ ਕੇ ਤੇ ਨਗਰ ਨੂੰ ਮੁੜ ਪਏ, ਘਰਾਂ ਨੂੰ ਆਉਣ ਲੱਗ ਪਏ ਜੀ। ਹਾਂਜੀ। ਇੱਕ ਸੇਵਕ ਕੋ ਨਿਕਟ ਹਕਾਰਿਓ। ਕਾਜੀ ਥੋੜਾ ਮਗਰ ਸੀਗਾ, ਤੇ ਸਤਿਗੁਰੂ ਜੀ ਨੇ ਆਪਣੇ ਇੱਕ ਸੇਵਕ ਨੂੰ, ਆਪਣੇ ਪਿਆਰੇ ਸਿੱਖ ਨੂੰ ਲਾਗੇ ਸੱਦਿਆ ਜੀ ਆਪਣੇ। ਹਾਂਜੀ। ਸਹਿਜ ਕਰਨ ਮਹਿ ਬਾਕ ਉਚਾਰਿਓ। ਤੇ ਉਹਦੇ ਕੰਨ ਦੇ ਲਾਗੇ ਮੁੱਖ ਕੀਤਾ ਮਹਾਰਾਜ ਨੇ। ਵੇਖੋ ਮਹਾਰਾਜ ਦੇ ਚੋਜ, ਆਖੋ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਜੀ ਨੇ ਨਾ ਉਸ ਸੇਵਕ ਦੇ ਕੰਨ ਦੇ ਲਾਗੇ ਮੁੱਖ ਕੀਤਾ ਜੀ, ਤੇ ਬੜੀ ਹੌਲੀ ਜੀ ਉਹਨੂੰ ਆਖਿਆ। ਹਾਂਜੀ। ਤੂਰਨ ਹਮ ਤੇ ਜਾਹੋ ਅਗਾਰੀ। ਵੀ ਜਾ ਸਾਡੇ ਤੋਂ ਪਹਿਲਾਂ ਪਹੁੰਚ ਜਾ। ਹਾਂਜੀ।
ਦੇਹੁ ਸੁਧ ਕੋਲਾਂ ਪਾਸ ਉਚਾਰੀ। ਤੇ ਕਾਜੀ ਦੀ ਧੀ ਕੌਲਾਂ ਨੂੰ ਦੱਸ ਦੇ ਵੀ ਤੇਰਾ ਪਿਤਾ ਆ ਗਿਆ ਇੱਥੇ, ਦੱਸ ਦੇ ਉਹਨੂੰ। ਹਾਂਜੀ, ਲਵਪੁਰ ਤੇ ਆਇਓ ਪਿਤ ਤੇਰੋ। ਉਹਨੂੰ ਦੱਸ ਦੇ ਵੀ ਤੇਰਾ ਪਿਤਾ ਲਾਹੌਰ ਤੋਂ ਇੱਥੇ ਆ ਗਿਆ। ਹਾਂਜੀ, ਕੀਜਹਿ ਤਿਆਰ ਆਹਾਰ ਕਨੇਰੋ। ਤੇ ਉਹਨੂੰ ਆਖਣਾ, ਕੌਲਾਂ ਨੂੰ ਆਖਣਾ, ਕਹਿ ਦਿਓ ਸਾਡੇ ਵੱਲੋਂ ਵੀ ਪ੍ਰਸ਼ਾਦਾ ਤਿਆਰ ਕਰੇ, ਆਪਣੇ ਪਿਤਾ ਦੇ ਵਾਸਤੇ ਪ੍ਰਸ਼ਾਦਾ ਤਿਆਰ ਕਰੇ। ਹਾਂਜੀ, ਹਮ ਭੇਜਹਿ ਤੁਵ ਨਿਕਟ ਨਿਹਾਰ। ਤੇ ਗੁਰੂ ਜੀ ਕਹਿੰਦੇ ਅਸੀਂ ਉਹਦੇ ਪਿਤਾ ਨੂੰ ਉਹਦੇ ਕੋਲ ਹੀ ਭੇਜਣਾ, ਕੌਲਾਂ ਜੀ ਕੋਲ ਹੀ ਭੇਜਣਾ। ਹੁਣ ਵੇਖੋ ਮੂਰਖ ਲੋਕ ਕਈ ਇਹ ਵੀ ਕਹਿ ਦਿੰਦੇ ਜੀ ਮਹਾਰਾਜ ਦੇ ਨਾਲ ਕੌਲਾਂ ਜੀ ਆਏ ਜੀ। ਵੇਖੋ ਇਹ ਤੇ ਇਸ ਤਰ੍ਹਾਂ ਜਿਵੇਂ ਇੱਕ ਬੱਚੀ ਭੱਜ ਕੇ ਆ ਜਾਂਦੀ ਹੈ। ਭੱਜਣ ਭਜਾਉਣ ਵਾਲੀ ਗੱਲ ਹੋਵੇ ਤੇ ਮਹਾਰਾਜ ਕਦੀ ਕਾਜੀ ਨੂੰ ਕੌਲਾਂ ਜੀ ਦੇ ਕੋਲ ਨਾ ਭੇਜਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਸਿੱਖ ਨੂੰ ਕਿਹਾ ਵੀ ਕੌਲਾਂ ਜੀ ਨੂੰ ਕਹੋ ਤਿਆਰ ਰਹਿਣ, ਉਹਨਾਂ ਦੇ ਪਿਤਾ ਜੀ ਆਏ ਹੈ ਤੇ ਪਿਤਾ ਜੀ ਨੂੰ ਪ੍ਰਸ਼ਾਦਾ ਛਕਾਉਣਾ ਹੈ। ਹਾਂਜੀ, ਆਪਣੇ ਹਾਥ ਪਰੋਸੋ ਬਾਰ। ਕੌਲਾਂ ਜੀ ਨੂੰ ਕਹਿਣਾ ਵੀ ਆਪਣੇ ਹੱਥਾਂ ਨਾਲ ਥਾਲਾ ਪਰੋਸ ਕੇ ਪ੍ਰਸ਼ਾਦਾ ਛਕਾਉਣਾ ਆਪਣੇ ਪਿਤਾ ਜੀ ਨੂੰ। ਹਾਂਜੀ, ਹਾਂਕ ਪੌਨ ਠਾਨਹੁ ਸਨਮਾਨਾ। ਤੇ ਫਿਰ ਪਤਾ ਕੀ ਕਰਨਾ, ਕੌਲਾਂ ਜੀ ਨੂੰ ਕਿਉ ਜਦੋਂ ਉਹਦਾ ਪਿਤਾ ਪ੍ਰਸ਼ਾਦਾ ਛਕ ਰਿਹਾ ਹੋਵੇ ਤੇ ਲਾਗੇ ਪੱਖਾ ਝੱਲਣਾ ਹੈ, ਸਨਮਾਨ ਕਰਨਾ ਆਪਣੇ ਪਿਤਾ ਦਾ। ਹਾਂਜੀ, ਬੈਠ ਸਮੀਪ ਖੁਲਾਵਹੁ ਖਾਨਾ। ਤੇ ਲਾਗੇ ਬੈਠ ਜਾਣਾ ਤੇ ਪੱਖਾ ਝੱਲਣਾ ਤੇ ਸਨਮਾਨ ਦੇ ਨਾਲ, ਇੱਜ਼ਤ ਦੇ ਨਾਲ ਆਪਣੇ ਪਿਤਾ ਨੂੰ ਪ੍ਰਸ਼ਾਦਾ ਛਕਾਉਣਾ ਹੈ। ਹਾਂਜੀ, ਸੁਨਤ ਸੌਰ ਧਵਾਹੁ ਘੋਰਾ। ਉਹ ਸੁਣ ਕੇ ਸਿੱਖ ਨੇ ਉਸੇ ਵੇਲੇ ਨਾ ਘੋੜਾ ਭਜਾ ਲਿਆ ਜੀ। ਹਾਂਜੀ, ਤੂਰਨ ਗਮਨਿਓ ਤਿਸ ਘਰ ਓਰਾ। ਤੇ ਜਿੱਥੇ ਕੌਲਾਂ ਜੀ ਦਾ ਆਸਣ ਸੀਗਾ, ਜਿੱਥੇ ਕੌਲਾਂ ਜੀ ਰਹਿੰਦੇ ਸੀਗੇ, ਸਿੱਖ ਗੁਰੂ ਦਾ ਪਿਆਰਾ ਕੌਲਾਂ ਜੀ ਦੇ ਕੋਲ ਚਲੇ ਗਿਆ ਜੀ। ਹਾਂਜੀ, ਦਾਸੀ ਕੋ ਹਕਾਰ ਕਰ ਭਾਖਾ। ਇੱਕ ਦਾਸੀ ਬਾਹਰ ਆਈ, ਦਾਸੀ ਨੂੰ ਸਾਰੀ ਗੱਲ ਦੱਸੀ ਉਹਨੇ ਸਿੱਖ ਨੇ। ਕਹੋ ਮਾਤਾ ਸੰਗ ਇਮ ਗੁਰ ਕਾਂਖਾ। ਆਖੋ ਵਾਹਿਗੁਰੂ। ਵਾਹਿਗੁਰੂ। ਕਹਿੰਦੇ ਜੀ ਮਾਤਾ ਕੌਲਾਂ ਜੀ ਨੂੰ ਕਹਿ ਦਿਓ ਵੀ ਗੁਰੂ ਜੀ ਨੇ ਇਸ ਤਰ੍ਹਾਂ ਆਖਿਆ। ਹਾਂਜੀ, ਤੋਰ ਪਿਤਾ ਲਵਪੁਰ ਤੇ ਆਇਓ ਹੋ। ਕੀ ਕਹਿਣਾ ਵੀ ਤੁਹਾਡਾ ਪਿਤਾ ਲਾਹੌਰ ਤੋਂ ਚੱਲ ਕੇ ਆਇਆ ਉਚੇਚਾ। ਹਾਂਜੀ, ਦੇਹੁ ਆਹਾਰ ਢਿਗ ਬੈਠ ਖੁਲਾਸਿਓ। ਲਾਗੇ ਬਹਿਣਾ, ਪ੍ਰਸ਼ਾਦਾ ਛਕਾਉਣਾ ਤੇ ਪੱਖਾ ਝੱਲਣਾ, ਪਿਤਾ ਦਾ ਸਤਿਕਾਰ ਕਰਨਾ। ਹਾਂਜੀ, ਗੁਰ ਕੀ ਕਹਿਵਤ ਸਕਲ ਸੁਨਾਈ। ਹਾਂਜੀ, ਔਰ ਆਨੰਦ ਸਭ ਤਥਾ ਬਨਾਈ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਕੌਲਾਂ ਜੀ ਵਾਸਤੇ ਤੇ ਸਾਰਾ ਕੁਝ ਗੁਰੂ ਜੀ ਦਾ ਬਚਨ ਸੀਗਾ ਜੀ। ਪਿਤਾ ਜੀ ਤੋਂ ਡਰਦੇ ਨਹੀਂ ਸੀਗੇ ਜੀ। ਉਹਨਾਂ ਨੇ ਫਿਰ ਸਾਧ ਸੰਗਤ ਜੀ ਉਸੇ ਵੇਲੇ ਗੁਰੂ ਜੀ ਦੇ ਹੁਕਮ ਅਨੁਸਾਰ ਸਾਰੇ ਪਦਾਰਥ ਬਣਾਏ ਜੀ ਚਾਅ ਦੇ ਨਾਲ ਜੀ। ਹਾਂਜੀ, ਮਧੁਰ ਸਲਵਣ ਅਨੇਕ ਪ੍ਰਕਾਰਾ। ਮਧੁਰ ਸਲਵਣ ਇਹ ਅਨੇਕ ਪ੍ਰਕਾਰਾ, ਮਿੱਠੇ ਲੂਣੇ ਕਈ ਤਰ੍ਹਾਂ ਦੇ ਪਦਾਰਥ ਬਣਾਏ ਜੀ। ਹਾਂਜੀ, ਬਹੁ ਸਵਾਦਲ ਕਰ ਤਿਆਰ ਆਹਾਰਾ। ਤੇ ਬਹੁਤ ਸਵਾਦੀ ਭੋਜਨ। ਕੌਲਾਂ ਜੀ ਨੂੰ ਪਤਾ ਹੀ ਵੀ ਮੇਰਾ ਪਿਤਾ ਕੀ ਛਕਦਾ ਹੈ ਜੀ। ਉਹ ਵਸਤੂਆਂ ਕੌਲਾਂ ਜੀ ਨੇ ਬਣਾ ਲਈਆਂ। ਗੁਰ ਆਇਸ ਅਰ ਨਿਜ ਪਿਤ ਜਾਨਾ। ਇੱਕ ਤੇ ਗੁਰੂ ਜੀ ਦੀ ਆਗਿਆ ਸੀਗੀ ਜੀ, ਤਾਂ ਵੀ ਲੰਗਰ ਬਣਾਉਣਾ ਸੀਗਾ। ਦੂਸਰਾ ਪਿਤਾ ਆ ਰਿਹਾ ਹੈ ਜੀ, ਤੇ ਬਾਲ ਕੰਨਿਆ ਕੋ ਬਾਪ ਪਿਆਰਾ ਵੀ ਹੈ ਨਾ। ਤੇ ਸਾਧ ਸੰਗਤ ਜੀ ਤਾਂ ਵੀ ਥੋੜੇ ਜ਼ਿਆਦੇ ਚਾਅ ਨਾਲ ਪ੍ਰਸ਼ਾਦਾ ਬਣਾਇਆ ਜੀ। ਹਾਂਜੀ, ਜਾਂ ਤੇ ਭਲੀ ਭਾਂਤ ਸਭ ਠਾਨਾ। ਬਹੁਤ ਭਲੇ ਪ੍ਰਕਾਰ ਨਾਲ, ਚੰਗੇ ਤਰੀਕੇ ਦੇ ਨਾਲ ਸਾਰਾ ਕੁਝ ਕੌਲਾਂ ਜੀ ਨੇ ਕੀਤਾ। ਸਤਿਗੁਰ ਆਏ ਲਾਏ ਦੀਵਾਨ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਕਾਜੀ ਜੀ ਨੂੰ ਨਹੀਂ ਅਜੇ ਦੱਸਿਆ ਵੀ ਪ੍ਰਸ਼ਾਦਾ ਛਕਣ ਜਾਣਾ। ਉਹ ਵੀ ਗੱਲ ਕਰਨ ਦਾ ਤਰੀਕਾ ਮਹਾਰਾਜ ਦੇ ਜੀ। ਹਾਂਜੀ, ਹੁਣ ਬੰਦਾ ਸਿਆਣਾ ਹੋਵੇ ਤੇ ਗੱਲ ਕਰਨ ਦਾ ਹੀ ਪਤਾ ਨਾ ਹੋਵੇ ਤੇ ਕੰਮ ਵਿਗੜ ਵੀ ਜਾਂਦਾ ਹੈ। ਗੱਲ ਕਰਨ ਦਾ ਤਰੀਕਾ ਹੋਵੇ ਤੇ ਕੰਮ ਸੌਰ ਵੀ ਜਾਂਦਾ ਹੈ ਜੀ। ਗੁਰੂ ਸਾਹਿਬ ਮਹਾਰਾਜ ਆਏ, ਸਤਿਗੁਰੂ ਨੇ ਦੀਵਾਨ ਲਾਇਆ ਜੀ। ਸੰਗਤਾਂ ਆ ਗਈਆਂ।
ਬੈਠੇ ਸਿੱਖ ਸੁਭੱਟ ਗਨ ਆਨ। ਬਹੁਤ ਸਾਰੇ ਗੁਰੂ ਜੀ ਦੇ ਪਿਆਰੇ ਸਿੱਖ ਵੀ ਬੈਠ ਗਏ ਤੇ ਯੋਧੇ ਸ਼ਸਤਰਧਾਰੀ ਸੂਰਮੇ ਵੀ ਸੰਗਤ ਵਿੱਚ ਬੈਠ ਗਏ ਜੀ। ਹਾਂਜੀ। ਕਾਜੀ ਕੋ ਨਿਜ ਨਿਕਟ ਬਿਠਾਇਓ। ਤੇ ਸਤਿਗੁਰੂ ਜੀ ਮਿਹਰਬਾਨ, ਸਤਿਗੁਰੂ ਜੀ ਨੇ ਕਾਜੀ ਨੂੰ ਲਾਗੇ ਬਿਠਾਇਆ ਜੀ ਆਪਣੇ ਜੀ। ਹਾਂਜੀ। ਸਾਦਰ ਧਨ ਕੋ ਦੇਨ ਅਲਾਇਓ। ਤੇ ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਦਿਨੇ ਮਹਾਰਾਜ ਕਹਿੰਦੇ ਹੁੰਡੀ ਕਰ ਦਿਆਂਗੇ, ਧਨ ਦੇ ਦੇਣਾ ਤੁਹਾਨੂੰ ਮਹਾਰਾਜ ਕਹਿੰਦੇ। ਹਾਂਜੀ। ਖਾਇਓ ਕਹਿ ਨਹਿ ਮਗ ਮਹਿ ਖਾਨਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਕਾਜੀ ਲੋਕ ਮਰਿਆਦਾ ਵੀ ਰੱਖਦੇ ਆ। ਮਹਾਰਾਜ ਕਹਿੰਦੇ ਕਾਜੀ ਜੀ ਉਹ ਕਿਤੇ ਰਸਤੇ 'ਚ ਪ੍ਰਸ਼ਾਦਾ ਛਕਿਆ ਕਿ ਨਹੀਂ ਛਕਿਆ। ਹਾਂਜੀ। ਕਿਦੋਂ ਨ ਉਤਰੈ ਕਿਸ ਹੂੰ ਥਾਨਾ। ਤੇ ਹੋ ਸਕਦਾ ਤੁਸੀਂ ਉਤਾਰਾ ਹੀ ਨਾ ਕੀਤਾ ਹੋਵੇ ਕਿਸੇ ਥਾਂ ਤੇ ਕੱਲ ਦੇ ਤੁਰੇ ਹੋ, ਪ੍ਰਸ਼ਾਦਾ ਛਕਿਆ ਕਿ ਨਹੀਂ ਛਕਿਆ। ਹਾਂਜੀ। ਕਾਜੀ ਕਹਿਓ ਬਨਹਿ ਇੱਕ ਕਾਲ। ਹਾਂਜੀ। ਮਾਰਗ ਚਲਬੇ ਜਤਨ ਵਿਸਾਲ। ਤੇ ਕਹਿਣ ਲੱਗਾ ਮਹਾਰਾਜ ਰਸਤਾ ਬਹੁਤ ਜ਼ਿਆਦਾ ਸੀ ਤੇ ਕੱਲ ਸਾਰੀ ਦਿਹਾੜੀ ਇੱਕ ਡੰਗ ਦਾ ਹੀ ਪ੍ਰਸ਼ਾਦਾ ਛਕਿਆ ਬਸ। ਆਪਾਂ 3 ਡੰਗ ਦਾ ਛਕਦੇ ਨੇ, ਕਹਿੰਦਾ ਇੱਕ ਡੰਗ ਦਾ ਹੀ ਛਕਿਆ ਤੇ ਉਹਦੇ ਤੋਂ ਬਾਅਦ ਪ੍ਰਸ਼ਾਦਾ ਨਹੀਂ ਛਕਿਆ। ਹਾਂਜੀ। ਅਬ ਤਿਆਰ ਕਰ ਕੈ ਅਚ ਲੈਹੈ। ਤੇ ਹੁਣ ਤਿਆਰ ਕਰਾਂਗੇ ਆਪਣਾ ਤੇ ਛਕ ਲਵਾਂਗੇ। ਹਾਂਜੀ। ਏਕ ਨਿਸਾ ਤੁਮ ਨਿਕਟ ਰਹਿ ਹੈ। ਕਿਉਂ ਹੁਣ ਰਾਤ ਇੱਥੇ ਜੂ ਰਹਿਣਾ ਕਹਿਣ ਲੱਗਾ ਤੇ ਪ੍ਰਸ਼ਾਦਾ ਫਿਰ ਤਿਆਰ ਕਰ ਲਵਾਂਗੇ। ਹਾਂਜੀ। ਤਬ ਸ੍ਰੀ ਹਰਗੋਬਿੰਦ ਉਚਾਰਾ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਤੇ ਸਤਿਗੁਰੂ ਜੀ ਮੁਸਕਰਾ ਕੇ ਨਾ ਕਹਿਣ ਲੱਗੇ। ਹਾਂਜੀ। ਪ੍ਰਥਮ ਪਠਾਇਓ ਕਹਿ ਭਇਓ ਸੋ ਤਿਆਰਾ। ਮਹਾਰਾਜ ਕਹਿੰਦੇ ਕੋਈ ਨਹੀਂ, ਸੇਵਕ ਭੇਜ ਦਿੱਤਾ ਸੀਗਾ ਤੇ ਪ੍ਰਸ਼ਾਦਾ ਤੁਹਾਡਾ ਤਿਆਰ ਹੋ ਗਿਆ। ਮਹਾਰਾਜ ਕਹਿਣ ਲੱਗੇ ਸੇਵਕ ਭੇਜਿਆ ਸੀ ਕਹਿਣ ਲੱਗੇ। ਹਾਂਜੀ। ਅਹੋ ਸ਼ੁੱਧਤ ਲਿਹੋ ਖਾਣਾ ਖਾਏ। ਤੇ ਭੁੱਖੇ ਹੈਗੇ ਹੋ ਤੁਸੀਂ, ਭੁੱਖ ਲੱਗੀ ਤੁਹਾਨੂੰ ਤੇ ਜਾਓ ਤੇ ਖਾਣਾ ਖਾ ਲਓ, ਪ੍ਰਸ਼ਾਦਾ ਛਕ ਲਵੋ। ਤੁਰਕ ਮੇਲ ਆਪਣੇ ਮਹਿ ਜਾਏ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਥੋੜਾ ਸਾਡੇ ਖਾਣੇ ਦਾ ਤੇ ਤੁਰਕਾਂ ਦੇ ਖਾਣੇ ਦਾ ਫਰਕ ਵੀ ਹੁੰਦਾ ਹੈ। ਹਾਂਜੀ। ਤੇ ਸਤਿਗੁਰੂ ਕਹਿੰਦੇ ਵੀ ਤੁਹਾਡੇ ਤਰੀਕੇ ਨਾਲ ਹੀ ਪ੍ਰਸ਼ਾਦਾ ਬਣਿਆ ਹੋਏਗਾ ਉੱਥੇ ਕਹਿਣ ਲੱਗੇ। ਹਾਂਜੀ। ਇੱਕ ਸੇਵਕ ਸੋ ਸਹਿਜ ਸੁਨਾਇਓ। ਤੇ ਲਾਗੇ ਹੀ ਇੱਕ ਗੁਰੂ ਜੀ ਦਾ ਪਿਆਰਾ ਸਿੱਖ ਖਲੋਤਾ ਜੀ। ਗੁਰੂ ਜੀ ਨੇ ਉਸ ਪਿਆਰੇ ਸਿੱਖ ਨੂੰ ਬੜੇ ਪ੍ਰੇਮ ਨਾਲ ਕਿਹਾ। ਕਾਜੀ ਕੋ ਨਿਜ ਸੰਗ ਲਿਜਾਇਓ। ਤੇ ਸਹਿਜੇ ਦੇ ਕਿਹਾ ਜੀ, ਲਾਗੇ ਸੱਦ ਕੇ ਕਿਹਾ। ਮਹਾਰਾਜ ਕਹਿੰਦੇ ਕਾਜੀ ਨੂੰ ਨਾਲ ਲੈ ਜਾਓ। ਹਾਂਜੀ। ਕੌਲਾਂ ਕੇ ਗ੍ਰਹਿ ਦੇਹੋ ਪਹੁੰਚਾਏ। ਤੇ ਜਿੱਥੇ ਇਹਦੀ ਧੀ ਕੌਲਾਂ ਰਹਿੰਦੀ ਉੱਥੇ ਪਹੁੰਚਾ ਦਿਓ ਕਹਿਣ ਲੱਗੇ। ਹਾਂਜੀ। ਸੋ ਇਸ ਖਾਨਾ ਦੇਹ ਖੁਲਾਏ। ਉਹ ਇਹਨੂੰ ਪ੍ਰਸ਼ਾਦਾ ਛਕਾ ਦੂ ਕਹਿਣ ਲੱਗੇ। ਹਾਂਜੀ। ਸੁਨ ਗੁਰ ਤੇ ਕਾਜੀ ਸੰਗ ਲੀਨ। ਉਸ ਗੁਰੂ ਜੀ ਦੇ ਪਿਆਰੇ ਸਿੱਖ ਨੇ ਸਤਿਗੁਰੂ ਜੀ ਤੋਂ ਸੁਣ ਕੇ ਕਾਜੀ ਨੂੰ ਆਪਣੇ ਨਾਲ ਲਿਆ। ਉਠਿਓ ਨਫਰ ਜੁਤ ਸ਼ੁਦਾ ਅਧੀਨ। ਤੇ ਸਾਧ ਸੰਗਤ ਜੀ ਕਾਜੀ ਵੀ ਤੁਰ ਪਿਆ ਸ਼ੁਦਾ ਅਧੀਨ। ਭੁੱਖ ਲੱਗੀ ਸੀਗੀ ਇਹਨਾਂ ਨੂੰ, ਨਾਲ ਦੇ ਬੰਦੇ ਨੂੰ ਵੀ ਬੜੀ ਭੁੱਖ ਲੱਗੀ ਸੀਗੀ ਜੀ। ਹਾਂਜੀ। ਤਿਸ ਤਨੁਜਾ ਕੇ ਥਾਨ ਪਹੁੰਚਾਇਓ। ਤੇ ਕਾਜੀ ਨੂੰ ਕਾਜੀ ਦੀ ਧੀ ਵਾਲੀ ਜਗ੍ਹਾ ਤੇ ਪਹੁੰਚਾ ਦਿੱਤਾ ਜੀ। ਹਾਂਜੀ। ਆਗੇ ਪਿਖਿਓ ਪ੍ਰਿਅੰਕ ਡਸਾਇਓ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਅੱਗੇ ਜਾਂਦਿਆਂ ਨੂੰ ਨਾ ਤੰਬੂ 'ਚ ਪਲੰਘਾ ਲੱਗਾ ਹੋਇਆ ਹੈਗਾ ਜੀ। ਹਾਂਜੀ। ਤਹਿ ਦਾਸੀ ਨੇ ਆਨ ਬਿਠਾਵਾ। ਤੇ ਕੌਲਾਂ ਜੀ ਆਪ ਅੰਦਰ ਹੀ ਰਹੇ ਜੀ। ਇੱਕ ਦਾਸੀ ਬਾਹਰ ਸੀ। ਦਾਸੀ ਨੇ ਕਾਜੀ ਨੂੰ ਉਸ ਪਲੰਘੇ ਦੇ ਉੱਤੇ ਬਿਠਾਇਆ ਜੀ। ਹਾਂਜੀ। ਪਿਖ ਥਲ ਕੋ ਕਾਜੀ ਹਰਖਾਵਾ। ਕਾਜੀ ਨੇ ਵੇਖਿਆ ਸਾਫ ਸਫਾਈ ਹੈ, ਪਲੰਘਾ ਵਧੀਆ ਤੇ ਖਾਸ ਕਰਕੇ ਆਉਂਦਿਆਂ ਜਿਹਨੂੰ ਮੰਜਾ ਡਾਹ ਕੇ ਦਿਓ ਤੇ ਖੁਸ਼ ਹੋ ਜਾਂਦਾ ਜੀ। ਕਾਜੀ ਬੜਾ ਖੁਸ਼ ਹੋਇਆ ਜੀ। ਹਾਂਜੀ। ਕਿਸੀ ਤੁਰਕ ਕੋ ਸਦਨ ਪਛਾਨਾ। ਉਹਨੇ ਵੇਖਿਆ ਵੀ ਕਿਸੇ ਮੁਸਲਮਾਨ ਦਾ ਘਰ ਲੱਗਦਾ ਏ। ਹਾਂਜੀ। ਕਰਵਾਇਓ ਗੁਰ ਮੁਝ ਹਿਤ ਖਾਨਾ। ਤੇ ਮਹਾਰਾਜ ਨੇ ਕਿਸੇ ਮੁਸਲਮਾਨ ਦੀ ਡਿਊਟੀ ਜ਼ਿੰਮੇਵਾਰੀ ਲਾਈ ਹੈ ਮੈਨੂੰ ਪ੍ਰਸ਼ਾਦਾ ਛਕਾਉਣ ਲਈ। ਹਾਂਜੀ। ਦੋਹਰਾ ਕਾਜੀ ਸਤਿਤ ਪ੍ਰਿਅੰਕ ਪਰ ਤਰੇ ਨਫਰ ਬਿਠਾਏ। ਕਾਜੀ ਜੀ ਤੇ ਮੰਜੇ ਤੇ ਬਹਿ ਗਏ ਜੀ ਤੇ ਨੌਕਰ ਜਿਹੜਾ ਸੀਗਾ ਸੇਵਾਦਾਰ
ਉਹ ਮੰਜੇ ਦੇ ਹੇਠਾਂ ਬੈਠ ਗਿਆ ਜੀ। ਹਾਂਜੀ। ਕੌਲਾਂ ਕੋ ਤਬ ਸੁਧ ਕਰੀ ਦਾਸੀ ਅੰਤਰ ਤੇ ਜਾਏ। ਕੌਲਾਂ ਜੀ ਨੂੰ ਖਬਰ ਦਿੱਤੀ ਵੀ ਦਾਸੀ ਨੇ ਵੀ ਤੁਹਾਡੇ ਪਿਤਾ ਜੀ ਆ ਗਏ ਨੇ। ਆਖੋ ਵਾਹਿਗੁਰੂ। ਵਾਹਿਗੁਰੂ ਕਾਜੀ ਨੂੰ ਹੁਣ ਹੋਰ ਝਟਕਾ ਲੱਗਣ ਲੱਗਾ ਹੈ ਜੀ। ਆਖੋ ਵਾਹਿਗੁਰੂ। ਵਾਹਿਗੁਰੂ ਕਾਜੀ ਨੂੰ ਨਾ ਹੋਰ ਝਟਕਾ ਲੱਗਣ ਲੱਗਾ ਹੈ ਜੀ। ਪਰ ਕੌਲਾਂ ਜੀ ਵੀ ਬੜੇ ਸਿਆਣੇ ਆ ਜੀ। ਉਹ ਜੇ ਪਹਿਲਾਂ ਹੀ ਚਲ ਜਾਂਦੇ ਤੇ ਕਾਜੀ ਨੇ ਤੇ ਹੋਰ ਜ਼ਿਆਦਾ ਉਹਨੂੰ ਹਾਈ ਵੋਲਟ ਹੀ ਲੱਗ ਜਾਣਾ ਸੀਗਾ ਜੀ। ਉਹ ਕੌਲਾਂ ਜੀ ਆਪ ਨਾ ਗਏ ਜੀ ਪਹਿਲਾਂ। ਹਾਂਜੀ। ਚੌਪਈ ਭਾਂਤ ਭਾਂਤ ਕੇ ਤਿਆਰ ਆਹਾਰ। ਜੋ ਜੋ ਕਾਜੀ ਜੀ ਨੂੰ ਪਸੰਦ ਸੀ ਨਾ, ਭਾਂਤ ਭਾਂਤ ਦੇ ਪਦਾਰਥ ਬਣਾ ਕੇ ਕਰ ਚਤੁਰਾਈ ਪਰੋਸਿਓ ਥਾਰ। ਤੇ ਬੜਾ ਸੋਹਣਾ ਥਾਲ 'ਚ ਸਜਾਇਆ, ਕੌਲੀਆਂ 'ਚ ਥਾਲ ਸਜਾਇਆ ਜੀ ਕੌਲਾਂ ਜੀ ਨੇ। ਹਾਂਜੀ। ਕਰ ਦਾਸੀ ਕੇ ਪ੍ਰਥਮ ਪਠਾਇਓ। ਤੇ ਕਰ ਦਾਸੀ ਕੇ ਪ੍ਰਥਮ ਪਠਾਇਓ। ਦਾਸੀ ਦੇ ਹੱਥ ਪਹਿਲਾਂ ਪ੍ਰਸ਼ਾਦਾ ਭੇਜਿਆ ਜੀ। ਹਾਂਜੀ। ਪਿਖ ਕਾਜੀ ਨੇ ਹਰਖ ਉਪਾਇਓ। ਕਾਜੀ ਵੇਖਿਆ ਵੀ ਇਹ ਤੇ ਸਾਡੇ ਤਰੀਕੇ ਦਾ ਭੋਜਨ ਹੈਗਾ। ਹਾਂਜੀ। ਕਾਜੀ ਬਹੁਤ ਖੁਸ਼ ਹੋਇਆ ਜੀ। ਹਾਂਜੀ। ਆਗੈ ਕੀਨਸ ਥਾਰ ਰਖਾਵਨ। ਉਹਨੇ ਥਾਲ ਆਪਣੇ ਅੱਗੇ ਰਖਾ ਲਿਆ ਜੀ। ਹਾਂਜੀ। ਹੁਤੋ ਸ਼ੁਦਿਤ ਸੋ ਲਾਗਿਓ ਖਾਵਨ। ਤੇ ਭੁੱਖਾ ਬੰਦਾ ਫਿਰ ਤੁਹਾਨੂੰ ਪਤਾ ਹੀ ਹੈ। ਹਾਂਜੀ। 2 ਦਿਨ ਦਾ ਭੁੱਖਾ ਸੀਗਾ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਕਾਜੀ ਫਿਰ ਚੱਲਣ ਦੇ ਪ੍ਰਸ਼ਾਦੇ ਤੇ ਪ੍ਰਸ਼ਾਦਾ ਜੀ। ਖੂਬ ਕਾਜੀ ਜੀ ਪ੍ਰਸ਼ਾਦਾ ਛਕ ਰਹੇ ਨੇ। ਹਾਂਜੀ। ਕੇਤਕ ਖਾਏ ਲੀਨ ਜਬ ਖਾਨਾ। ਤੇ ਕਾਫੀ ਪ੍ਰਸ਼ਾਦਾ ਛਕ ਲਿਆ ਜੀ ਕਾਜੀ ਨੇ। ਹਾਂਜੀ। ਆਛੀ ਬਿਦ ਸੋ ਨਹਿ ਤ੍ਰਿਪਤਾਨਾ। ਪਰ ਅਜੇ ਚੰਗੀ ਤਰ੍ਹਾਂ ਰੱਜਿਆ ਨਹੀਂ ਸੀਗਾ। ਕਾਜੀ ਜਿਹਨੂੰ ਕਹਿੰਦੇ ਫੁੱਲ ਰੱਜ ਜਾਣਾ, ਉਹ ਗੱਲ ਨਹੀਂ ਸੀ ਹੋਈ। ਹਾਂਜੀ। ਉਠੇ ਨਾ ਛੁਦਤ ਜਾਨ ਮਨ ਮਾਹੀ। ਹਾਂਜੀ। ਪੁਨ ਕੌਲਾਂ ਆਵਨ ਕਉ ਚਾਹੀ। ਤੇ ਕੌਲਾਂ ਜੀ ਦੇ ਮਨ 'ਚ ਫੁਰਨਾ ਆਇਆ ਵੀ ਕਿਤੇ ਮੇਰਾ ਪਿਤਾ ਭੁੱਖਾ ਹੀ ਨਾ ਉੱਠ ਜਾਵੇ। ਆਖੋ ਵਾਹਿਗੁਰੂ। ਉਠੇ ਨਾ ਸ਼ੁੱਧਤ ਜਾਨ ਮਨ ਮਾਹੀ। ਪੁਨ ਕੌਲਾਂ ਆਵਨ ਕੋ ਚਾਹੀ। ਕੌਲਾਂ ਜੀ ਨੇ ਫੁਰਨਾ ਬਣਾਇਆ ਵੀ ਹੁਣ ਮੈਂ ਪਿਤਾ ਦੇ ਸਾਹਮਣੇ ਜਾਵਾਂ। ਘਰ ਤੇ ਦੱਸਿਆ ਨਹੀਂ ਸੀ, ਆ ਕੇ ਸੰਗਤ 'ਚ ਰਹਿਣ ਲੱਗ ਪਏ। ਹਾਂਜੀ। ਭੋਜਨ ਕੁਛਕ ਹਾਥ ਮੈਂ ਧਾਰਾ। ਹਾਂਜੀ। ਚਲੀ ਹੋਤ ਭੂਖਣ ਚੁਨ ਘਾਰਾ। ਤੇ ਇੱਕ ਪ੍ਰਸ਼ਾਦਾ ਲਾ ਕੇ ਨਾ ਹੱਥ ਤੇ ਰੱਖਿਆ ਤੇ ਕਾਜੀ ਜੀ ਦੇ ਥਾਲ 'ਚ ਰੱਖਣਾ ਜੀ। ਤੇ ਕੌਲਾਂ ਜੀ ਹੱਥ 'ਚ ਪ੍ਰਸ਼ਾਦਾ ਲੈ ਕੇ ਤੇ ਕਾਜੀ ਜੀ ਵੱਲ ਤੁਰ ਪਏ ਜੀ। ਹਾਂਜੀ। ਕਾਜੀ ਮੂਡ ਹੇਰ ਅਪਿਰਾਮੂ। ਫਿਰ ਪੜੋ। ਕਾਜੀ ਮੂਡ ਹੇਰ ਅਪਿਰਾਮੂ। ਹਾਂਜੀ। ਮਨ ਮਹਿ ਕਹੈ ਆਏ ਕੋ ਥਮ। ਹੁਣ ਉਹਦਾ ਧਿਆਨ ਛਕਣ 'ਚ ਸੀਗਾ ਜੀ ਕਾਜੀ ਦਾ। ਉਹਨੇ ਵੇਖਿਆ ਵੀ ਕੋਈ ਇਸਤਰੀ ਆਈ ਹੈ ਤੇ ਮੈਨੂੰ ਪ੍ਰਸ਼ਾਦਾ ਦੇਣ ਲੱਗੀ ਹੈ। ਹਾਂਜੀ। ਬਸਤਰ ਬਿਭੂਖਣ ਮੋਲ ਬਿਸਾਲੇ। ਬਸਤਰ ਸੋਹਣੇ ਪਾਏ ਸੀਗੇ, ਗਹਿਣੇ ਪਾਏ ਸੀਗੇ। ਹਾਂਜੀ। ਨਾਦਤ ਕਰਹਿ ਸਦਨ ਜਬ ਚਾਲੇ। ਤੇ ਉਹਨਾਂ ਦਾ ਖੜਕਾ ਦੜਕਾ ਵੀ ਸੀਗਾ ਥੋੜਾ ਥੋੜਾ। ਹਾਂਜੀ। ਨੀਚੇ ਨਯਨ ਕਰੇ ਚਲ ਆਈ। ਹਾਂਜੀ। ਕਾਜੀ ਨੇ ਉਤ ਦ੍ਰਿਸ਼ਟ ਲਗਾਈ। ਤੇ ਕਾਜੀ ਛਕ ਰਿਹਾ ਬੜੇ ਪ੍ਰੇਮ ਨਾਲ, ਦੂਹੋ ਦੂਹ ਛਕ ਰਿਹਾ ਜੀ। ਹਾਂਜੀ। ਤੇ ਕੌਲਾਂ ਜੀ ਨੇ ਜਦੋਂ ਪ੍ਰਸ਼ਾਦਾ ਰੱਖਿਆ ਤੇ ਕਾਜੀ ਨੇ ਹੱਥ ਵੇਖੇ ਜੀ। ਹੱਥ ਤੇ ਆਪਣੀ ਧੀ ਦੇ ਲੱਗੇ ਜੀ। ਆਖੋ ਵਾਹਿਗੁਰੂ। ਤੇ ਜਦੋਂ ਕਾਜੀ ਨੇ ਉੱਤੇ ਵੇਖਿਆ, ਨਿਕਟ ਆਨ ਜਬ ਸਨਮੁਖ ਹੇਰਾ। ਹਾਂਜੀ। ਬਾਬਾ ਜੀ ਸਲਾਮ ਲਿਹੋ ਮੇਰਾ। ਤੇ ਉੱਤੋਂ ਕੌਲਾਂ ਜੀ ਕਹਿਣ ਲੱਗੇ ਵੀ ਪਿਤਾ ਜੀ ਸਲਾਮ। ਆਖੋ ਵਾਹਿਗੁਰੂ। ਵਾਹਿਗੁਰੂ। ਜਿਵੇਂ ਮੁਸਲਮਾਨ ਬੱਚੀਆਂ ਕਹਿੰਦੀਆਂ ਨਾ ਸਲਾਮ ਅਲੈਕਮ, ਉਹ ਸਲਾਮ ਆਖਿਆ ਬਾਬਾ ਜੀ ਸਲਾਮ ਲਿਹੋ ਮੇਰਾ। ਸਲਾਮ। ਹਾਂਜੀ। ਪਿਖਤ ਸੁਨਤ ਜਬ ਪਰਖਨ ਠਾਨੀ। ਉਹ ਸੁਣਿਆ ਤੇ ਜਦੋਂ ਵੇਖਿਆ ਮੂਰਖ ਬੂਡ ਗਇਓ ਬਿਨ ਪਾਣੀ। ਤੇ ਸਾਧ ਸੰਗਤ ਜੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੂਰਖ ਜਿਵੇਂ ਪਾਣੀ ਤੋਂ ਬਗੈਰ ਹੀ ਡੁੱਬ ਗਿਆ ਹੋਵੇ, ਕਹਿਣ ਲੱਗੇ। ਉਹਨੂੰ ਤੇ ਝਟਕਾ ਹੀ ਲੱਗ ਗਿਆ ਜੀ ਇੱਕਦਮ ਵੀ ਇਹ ਕੀ ਬਣ ਗਿਆ। ਹਾਂਜੀ। ਇਹ ਤਨੁਜਾ ਕਿਤ ਕੋ ਚੱਲ ਆਈ। ਕਹਿਣ ਲੱਗਾ ਤੂੰ ਇੱਧਰ ਕਿੱਥੇ ਆ ਗਈ ਹੈ। ਹਾਂਜੀ। ਗਰਕ ਹੋਨ ਛਿਤ ਛਿਦਰ ਨ ਪਾਈ। ਕਹਿਣ ਲੱਗਾ ਮੈਨੂੰ ਪਹਿਲਾਂ ਹੀ ਲੱਗਦਾ ਸੀਗਾ ਇਹਦੇ ਤੋਂ ਚੰਗਾ ਤੇ ਤੂੰ ਗਰਕ ਹੀ ਹੋ ਜਾਂਦੀ। ਕਾਜੀ ਨੇ ਕੌਲਾਂ ਜੀ ਨੂੰ ਬਹੁਤ ਬੁਰਾ ਭਲਾ ਬੋਲਿਆ ਜੀ। ਹਾਂਜੀ।
ਥਿਰਿਓ ਗ੍ਰਾਸ ਕੋ ਹਾਥ ਨ ਹਾਲਾ। ਬਸ ਹੱਥ ਉੱਥੇ ਹੀ ਠਹਿਰ ਕੇ, ਗਰਾਈ ਵੀ ਨਹੀਂ ਵੱਖਰੀ ਹੋਈ ਦੀ ਇੱਕ। ਹਾਂਜੀ। ਨਹੀਂ ਖਾਨ ਕੇ ਹਿਤ ਮੁਖ ਚਾਲਾ। ਕੁਝ ਖਾਣ ਦਾ ਮਨ ਨਹੀਂ ਕੀਤਾ ਜੀ ਉਹਦਾ। ਹਾਂਜੀ। ਅੰਤਰ ਅੰਨ ਨ ਸਕਹਿ ਲੰਘਾਈ। ਅੰਨ ਅੰਦਰ ਹੀ ਨਾ ਜਾਵੇ ਫਿਰ ਅੱਗੇ। ਹਾਂਜੀ। ਭਇਓ ਸੋਚ ਬਸ ਬਾਹਰ ਆਈ। ਤੇ ਸੋਚ ਅਧੀਨ ਹੋ ਕੇ ਬਾਹਰ ਆ ਗਿਆ ਜੀ। ਹਾਂਜੀ। ਕੁਛਕ ਨੀਰ ਸੋ ਹਾਥ ਪਖਾਰੇ। ਹੱਥ ਧੋਤੇ ਦੀ ਪ੍ਰਸ਼ਾਦਾ ਉੱਥੇ ਰਹਿਣ ਦਿੱਤਾ ਜੀ। ਹਾਂਜੀ। ਕਰਕਤ ਸਰ ਛਾਤੀ ਜਨ ਮਾਰੇ। ਤੇ ਇੱਕਦਮ ਪ੍ਰਸ਼ਾਦਾ ਛਕਦਾ ਬੰਦਾ ਉੱਚੀ ਬੋਲ ਪਵੇ, ਗੁੱਸੇ ਜਾ ਜੇ ਤੇ ਪ੍ਰਸ਼ਾਦੇ ਦੀ ਗੈਸ ਵੀ ਬਣ ਜਾਂਦੀ ਤੇ ਸਿਰ ਤੇ ਵੀ ਚੜ ਜਾਂਦਾ ਜੇ ਜੀ। ਤੇ ਫਿਰ ਸਿਰ ਵੀ ਬੜੀ ਪੀੜ ਹੁੰਦੀ ਜੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਉਹ ਤੇ ਸਿਰ ਉਹਦਾ ਪੀੜ ਹੋਵੇ, ਛਾਤੀ ਪਿੱਟੇ ਜੀ ਆਪਣੀ ਉਹ। ਹਾਂਜੀ। ਬਿਸਰ ਗਈ ਸੁਧ ਤਨ ਅਰ ਮਨ ਕੀ। ਹਾਂਜੀ। ਕਹਾਂ ਬਾਤ ਲੈ ਬੇ ਨਿਜ ਧਨ ਕੀ। ਹਾਂਜੀ। ਚਕ੍ਰਿਤ ਹੋਏ ਗਟੀ ਔਰ ਗਿਨੈ। ਉਹ ਸੋਚਦਾ ਵੀ ਧਨ ਕੀ ਲਵਾਂ, ਇੱਥੇ ਤੇ ਖੇਡ ਹੀ ਹੋਰ ਹੋਈ ਪਈ। ਮੇਰੀ ਧੀ ਇਹਨਾਂ ਦੇ ਨਾਲ ਆ ਕੇ ਰਹਿਣ ਲੱਗ ਪਈ ਹੈ, ਉਹ ਇਹਨਾਂ ਦੀ ਸਿੱਖਣੀ ਬਣ ਗਈ ਹੈ ਧੀ ਮੇਰੀ। ਹਾਂਜੀ। ਅਬੇ ਮੋਕੋ ਕਰਤਬ ਕਇਆ ਬਨੈ। ਹੁਣ ਮੈਂ ਕੀ ਕਰਾਂਗਾ। ਹਾਂਜੀ। ਉਠਨ ਹੇਤ ਕਉ ਤਨ ਉਕਸਾਵਾ। ਹਾਂਜੀ। ਕੌਲਾਂ ਕਹੈ ਰਿਸਿਓ ਕਿਮ ਬਾਵਾ। ਤੇ ਜਦੋਂ ਉਹ ਮਾੜਾ ਬੋਲਣ ਲੱਗਾ ਤੇ ਕੌਲਾਂ ਜੀ ਸਾਧ ਸੰਗਤ ਜੀ ਫਿਰ ਉਹਨੂੰ ਕਹਿੰਦੇ ਆ, ਆਖੋ ਵਾਹਿਗੁਰੂ ਵਾਹਿਗੁਰੂ। ਪਿਤਾ ਜੀ ਮਾੜਾ ਨਾ ਬੋਲੋ। ਪਰ ਉਹਨੇ ਬਹੁਤ ਮਾੜਾ ਬੋਲਿਆ ਜੀ। ਪਰ ਅਗਲੀ ਗੱਲ ਹੋਰ, ਅੱਜ ਗੁਰੂ ਕਾ ਪੰਥ ਕੌਲਾਂ ਜੀ ਦਾ ਸਤਿਕਾਰ ਕਰਦਾ ਹੈ। ਕੌਲਾਂ ਜੀ ਨੇ ਕੋਈ ਝਿੜਕਾਂ ਦੀ ਪਰਵਾਹ ਨਹੀਂ ਕੀਤੀ ਜੀ। ਪਰਵਾਹ ਹੀ ਨਹੀਂ ਕੀਤੀ ਵੀ ਮੇਰਾ ਪਿਤਾ ਹੁਣ ਜੋ ਬੋਲਣਾ ਬੋਲੇ। ਅਬ ਹਮ ਚੱਲੀ ਠਾਕੁਰ ਪਹਿ ਆਖਿਆ ਕਰੋ ਪੰਕਤੀ। ਜਬ ਹਮ ਸਰਣ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਕੌਲਾਂ ਜੀ ਨੇ ਪਰਵਾਹ ਹੀ ਨਹੀਂ ਕੀਤੀ ਆਪਣੇ ਪਿਤਾ ਦੀ ਜੀ। ਡਟ ਗਏ ਕੌਲਾਂ ਜੀ। ਸੋ ਸਾਧ ਸੰਗਤ ਜੀ, ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਨ, ਕਿਰਪਾ ਕਰਨ। ਇੱਥੋਂ ਤੱਕ ਅੱਜ ਪ੍ਰਸੰਗ ਸੁਣਿਆ। ਥੋੜਾ ਜਿਹਾ ਸਮਾਂ ਅੱਜ ਦੇ ਮਹੀਨੇ ਦੇ ਬਾਬਤ ਕਹਿ ਕੇ ਦਾਸ ਖਿਮਾ ਮੰਗੇਗਾ। ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨ ਹੋਵਈ ਲਿਖਿਆ ਧੁਰ ਸੰਜੋਗ। ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ। ਥੋੜਾ ਜਿਹਾ ਇਹਦੇ ਬਾਬਤ ਕਹਿ ਕੇ ਮੈਂ ਖਿਮਾ ਮੰਗ ਲਵਾਂਗਾ। ਪਿਆਰ ਨਾਲ ਗੱਜ ਕੇ ਸਾਰੇ ਆਖੋ ਵਾਹਿਗੁਰੂ ਵਾਹਿਗੁਰੂ। ਪਹਿਲੇ ਸਮੇਂ ਦੇ ਵਿੱਚ ਇਸ ਮਹੀਨੇ ਨੂੰ ਸਰਦ ਰੁੱਤ ਦਾ ਦੂਸਰਾ ਮਹੀਨਾ ਸਾਧ ਸੰਗਤ ਜੀ। ਇਸ ਮਹੀਨੇ ਨੂੰ ਬ੍ਰਾਹਮਣ ਮਾੜਾ ਕਹਿੰਦੇ ਸਨ ਜੀ। ਕਿਉਂ ਮਾੜਾ ਕਹਿੰਦੇ ਸਨ ਜੀ? ਉਹ ਇਸ ਕਰਕੇ ਮਾੜਾ ਕਹਿੰਦੇ ਸੀਗੇ ਕਿ ਇਹ ਮਹੀਨਾ ਹੀ ਚੰਗਾ ਨਹੀਂ ਹੈਗਾ। ਉਹ ਸਰਦੀ ਰੁੱਤ ਦੀ ਦੂਜਾ ਮਹੀਨਾ ਸੀਗਾ। ਕੁਝ ਉਹਨਾਂ ਦੇ ਆਪਣੇ ਖਿਆਲਾਤ ਸਨ ਜੀ, ਉਹਨਾਂ ਮਹੀਨੇ ਨੂੰ ਮਾੜਾ ਕਹਿਣਾ ਜੀ। ਕੱਤੇ ਦੇ ਮਹੀਨੇ ਖੁਸ਼ੀ ਦਾ ਪ੍ਰੋਗਰਾਮ ਨਹੀਂ ਸੀ ਕੋਈ ਹੋਣ ਦਿੰਦੇ ਜੀ। ਅੱਜ ਵੀ ਜਿਹੜੇ ਹਿੰਦੂ ਪਰਿਵਾਰ ਨੇ ਨਾ, ਉਹ ਕੱਤੇ ਦੇ ਮਹੀਨੇ ਵਿਆਹ ਸ਼ਾਦੀ ਨਹੀਂ ਕਰਦੇ ਜੀ। ਮੱਘਰ 'ਚ ਕਰਕੇ ਖੁਸ਼ ਹੁੰਦੇ ਹੈ, ਪਰ ਕੱਤਕ 'ਚ ਨਹੀਂ ਕਰਨਗੇ ਜੀ। ਹਾਂਜੀ, ਕਹਿੰਦੇ ਜੀ ਇਹ ਮਹੀਨਾ ਹੀ ਮਾੜਾ ਹੈ ਜੀ। ਹੁਣ ਬੜੀ ਵੱਡੀ ਇੱਕ ਬੰਦੇ ਦੀ ਭੁੱਲ ਹੈ ਜੀ। ਇੱਕ ਬੰਦਾ ਕਹਿੰਦਾ ਅੱਜ ਤੇ ਦਿਨ ਹੀ ਨਹੀਂ ਚੰਗਾ ਚੜਿਆ। ਹਾਂਜੀ, ਵੀ ਉਹ ਕਹਿੰਦਾ ਦਿਨ ਨਹੀਂ ਚੜਿਆ। ਦੂਸਰੇ ਬੰਦੇ ਦੂਜਿਆਂ ਦੇ ਘਰ 'ਚ ਵਿਆਹ ਹੈ, ਉਹਨਾਂ ਦੇ ਖੁਸ਼ੀਆਂ ਵਰਤ ਰਹੀਆਂ। ਇੱਕ ਦਾ ਨੁਕਸਾਨ ਹੋਇਆ, ਉਹ ਕਹਿੰਦਾ ਅੱਜ ਦਿਨ ਨਹੀਂ ਚੰਗਾ ਹੈਗਾ। ਦੂਜੇ ਨੂੰ ਲਾਭ ਹੋਇਆ, ਉਹ ਕਹਿੰਦਾ ਅੱਜ ਲੱਕੀ ਡੇ ਹੈ, ਅੱਜ ਦਿਨ ਬੜਾ ਵਧੀਆ। ਹੁਣ ਸੂਰਜ ਤੇ ਉਹੀ ਚੜਿਆ, ਦਿਨ ਉਹੀ ਹੈ। ਗੱਲ ਕੀ ਹੈ?
ਗੱਲ ਤਾਂ ਸਾਧ ਸੰਗਤ ਜੀ ਬੰਦੇ ਦੇ ਆਪਣੇ ਕਰਮਾਂ ਦੀ ਹੈ ਸਾਰੀ ਜੀ। ਇੱਕ ਨੂੰ ਫਾਇਦਾ ਹੋ ਰਿਹਾ, ਇੱਕ ਨੂੰ ਨੁਕਸਾਨ ਹੋ ਰਿਹਾ। ਇੱਕ ਕਹਿੰਦਾ ਦਿਨ ਬਹੁਤ ਵਧੀਆ, ਦੂਜਾ ਕਹਿੰਦਾ ਦਿਨ ਬਹੁਤ ਮਾੜਾ ਹੈਗਾ ਜੀ। ਇਸੇ ਤਰ੍ਹਾਂ ਕੱਤਕ ਦੇ ਮਹੀਨੇ ਵਿੱਚ ਸਤਿਗੁਰੂ ਜੀ ਨੇ ਆਖਿਆ, ਬੰਦਿਆ ਦੂਜੇ ਨੂੰ ਦੋਸ਼ ਨਾ ਦੇ, ਆਪਣੇ ਕਰਮਾਂ ਵੱਲ ਵੇਖ, ਕਰਮ ਚੰਗੇ ਕਰ। ਸਾਰੇ ਮਹੀਨੇ ਦਾ ਭਾਵ ਪਤਾ ਕੀ ਹੈ? ਕਰਮ ਚੰਗਾ ਕਰ। ਤੇ ਸਭ ਤੋਂ ਵਧੀਆ ਕਰਮ ਕੀ ਹੈ? ਆਖੋ ਵਾਹਿਗੁਰੂ ਵਾਹਿਗੁਰੂ। ਸਭ ਤੋਂ ਵਧੀਆ ਕਰਮ ਤੁਸੀਂ ਕਰ ਰਹੇ ਹੋ। ਗੁਰੂ ਕੀ ਸੰਗਤ 'ਚ ਬੈਠੇ ਹੋ, ਮੁਖੋਂ ਵਾਹਿਗੁਰੂ ਬੋਲ ਰਹੇ ਹੋ, ਇਹਦੇ ਤੋਂ ਉੱਤੇ ਕੋਈ ਕਰਮ ਹੀ ਨਹੀਂ ਹੈਗਾ ਸਾਧ ਸੰਗਤ ਜੀ। ਦੱਦਾ ਦੋਸ ਨਾ ਦੇਊ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਹੁਣ ਅਗਲੀ ਗੱਲ ਧਿਆਨ ਨਾਲ ਸੁਣਿਓ। ਧ੍ਰਿਤਰਾਸ਼ਟਰ ਅੰਨਾ ਸੀਗਾ ਜੀ, 100 ਪੁੱਤਰ ਇਹਦਾ ਸਾਹਮਣੇ ਮਰਿਆ ਜੀ। ਇਹ ਵੇਦ ਵਿਆਸ ਨੂੰ ਪੁੱਛਦਾ ਹੈ, ਕਹਿੰਦਾ ਹੈ ਵੀ ਮੈਨੂੰ ਮੇਰੇ 100 ਜਨਮਾਂ ਦੀ ਸੋਝੀ ਹੈ। ਸਾਡੇ ਗ੍ਰੰਥਾਂ 'ਚ ਲਿਖਿਆ, ਜਦੋਂ ਬੱਚਾ ਮਾਂ ਦੀ ਕੁੱਖ 'ਚ ਹੁੰਦਾ ਹੈ, ਉਹਨੂੰ ਉਹਦੇ 100 ਜਨਮਾਂ ਦੀ ਸੋਝੀ ਹੁੰਦੀ ਹੈ। ਜਦੋਂ ਮਾਂ ਦੀ ਕੁੱਖ 'ਚ ਹੁੰਦਾ ਹੈ ਜੀ, ਜਿੰਨਾ ਚਿਰ ਤੱਕ ਬੋਲਦਾ ਨਹੀਂ ਨਾ, ਮਾਇਆ ਨਹੀਂ ਲੱਗਦੀ, ਉਹਨਾਂ ਚਿਰ ਤੱਕ ਉਹਨੂੰ ਪਿਛਲਾ ਸਾਰਾ ਪਤਾ ਹੁੰਦਾ ਜੀ। ਹੌਲੀ ਹੌਲੀ ਭੁੱਲਦਾ ਜਾਂਦਾ ਜੀ। ਧ੍ਰਿਤਰਾਸ਼ਟਰ ਦਾ ਜਨਮ ਹੀ ਅੰਨਾ ਹੋਇਆ ਸੀਗਾ ਜੀ। 100 ਜਨਮ ਦੀ ਸੋਝੀ ਸੀ, ਤੇ 100 ਜਨਮ ਵਿੱਚ ਕਦੀ ਕੋਈ ਮਾੜਾ ਕੰਮ ਨਹੀਂ ਸੀ ਕੀਤਾ ਜੀ। ਵੇਦ ਵਿਆਸ ਨੂੰ ਪੁੱਛਦਾ ਧ੍ਰਿਤਰਾਸ਼ਟਰ ਵੀ ਮੈਂ ਤੇ ਮਾੜਾ ਕਰਮ ਹੀ ਕੋਈ ਨਹੀਂ ਕੀਤਾ, ਤੇ ਮੈਨੂੰ ਕਾਹਦੀ ਸਜ਼ਾ? ਆਖੋ ਸ੍ਰੀ ਵਾਹਿਗੁਰੂ। ਵੇਦ ਵਿਆਸ ਸਿਆਣੇ ਉਹ ਕਹਿਣ ਲੱਗੇ ਵੀ ਜੇ ਤੇ ਮੈਂ ਦੱਸਦਾ ਤਾਂ ਮੇਰੇ ਤੇ ਭਰੋਸਾ ਨਹੀਂ ਹੋਣਾ ਇਹਨੂੰ। ਕਹਿੰਦੇ ਵੀ ਸਮੇਂ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਨੇ, ਤੂੰ ਉਹਨਾਂ ਕੋਲ ਚਲੇ ਜਾ। ਕ੍ਰਿਸ਼ਨ ਜੀ ਨੂੰ ਜਾ ਕੇ ਕਹਿੰਦਾ ਹੈ ਵੀ ਮੈਂ ਬੜੇ ਵਧੀਆ ਕਰਮ ਕੀਤੇ, 100 ਜਨਮ ਮੈਂ ਮਾੜਾ ਕੰਮ ਨਹੀਂ ਕੀਤਾ, ਮੈਨੂੰ ਕਿਸ ਵੇਲੇ ਦੀ ਸਜ਼ਾ? ਬੈਰਾਗ ਸੀ ਨਾ, ਪੁੱਤਰ ਮਰ ਗਏ ਸਨ। ਕ੍ਰਿਸ਼ਨ ਜੀ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਦੱਸ ਦਿੰਦੇ ਆ। ਕਹਿੰਦੇ ਤੈਨੂੰ ਤੇਰੇ 100 ਜਨਮਾਂ ਦਾ ਪਤਾ, 193ਵੇਂ ਜਨਮ 'ਚ ਚੱਲ। ਕਹਿਣ ਲੱਗੇ ਤੂੰ ਰਾਜਾ ਸੈਂ, ਮਾਸ ਖਾਣ ਦਾ ਆਦੀ ਸੈਂ, ਤੂੰ ਮਾਸ ਖਾਂਦਾ ਸੈਂ। ਤੇਰੇ ਜਿਹੜੇ ਮੀਰ ਸ਼ਿਕਾਰ ਸਨ ਨਾ, ਸ਼ਿਕਾਰ ਕਰਨ ਜਾਂਦੇ ਤੇਰੇ ਵਾਸਤੇ, ਇੱਕ ਦਿਨ ਮੀਂਹ ਪਿਆ ਤੇ ਉਹ ਸ਼ਿਕਾਰ ਕਰਨ ਨਹੀਂ ਗਏ, ਵੀ ਮੀਂਹ ਬਹੁਤ ਪਵੇ। ਤੇ ਹੰਸ ਦਾ ਬੱਚਾ, ਹੰਸ, ਉਹਨਾਂ ਲਿਆ ਕੇ ਮਾਰ ਕੇ ਤੈਨੂੰ ਛਕਾਤਾ। ਕੂੜਾ ਮਾਸ ਸੀਗਾ, ਉਹ ਮਾਸ ਤੇਰੀ ਜੀਭ ਦਾ ਤੈਨੂੰ ਚੰਗਾ ਲੱਗ ਗਿਆ, ਮਾਸ ਤੇਰੀ ਜੀਭ ਨੂੰ ਚੰਗਾ ਲੱਗਾ। ਤੂੰ ਕਿਹਾ ਵੀ ਮੈਨੂੰ ਇਹੋ ਹੀ ਰੋਜ਼ ਛਕਾਇਆ ਕਰੋ। ਕਹਿਣ ਲੱਗੇ 100 ਬੱਚਾ ਸੀਗਾ ਉਹਨਾਂ ਹੰਸਾਂ ਦਾ, ਤੇਰੇ ਇੱਕ ਜ਼ੁਬਾਨ ਕਰਕੇ ਉਹਨਾਂ 100 ਬੱਚਿਆਂ ਦੀ ਹੱਤਿਆ ਹੋਈ ਸੀ। ਕਹਿਣ ਲੱਗੇ ਹੁਣ ਤੇਰੇ ਸਿਪਾਹੀਆਂ ਅੱਗੇ ਉਹ ਹੰਸਾਂ ਦਾ ਜੋੜਾ ਤੇ ਕੁਝ ਨਹੀਂ ਸੀ ਕਰ ਸਕਦਾ। ਉਹਨਾਂ ਨੇ ਫਿਰ ਅੰਦਰੋਂ ਅੰਦਰੇ ਅਰਦਾਸ ਕੀਤੀ ਸੀਗੀ ਕਿ ਜਿਵੇਂ ਅਸੀਂ ਬੱਚੇ ਤੋਂ ਹੀਣੇ ਹੋ ਗਏ, ਬੱਚਿਆਂ ਤੋਂ ਉਹ ਬਾਹਰ ਗਏ ਸੀ ਹੰਸ, 12 ਮਹੀਨੇ ਕਿਤੇ ਰਹਿੰਦੇ, 12 ਮਹੀਨੇ ਕਿਤੇ ਰਹਿੰਦੇ ਆ, ਕਈ 6-6 ਮਹੀਨਿਆਂ ਦਾ ਵੀ ਇਹਨਾਂ ਦੀ ਸਮੇਂ ਦੀ ਵੰਡ ਹੈਗੀ ਜੀ। ਕਹਿੰਦੇ ਫਿਰ ਉਹਨਾਂ ਨੇ ਅੰਦਰੋਂ ਅੰਦਰ ਅਰਦਾਸ ਕੀਤੀ ਸੀਗੀ ਕਿ ਜਿਵੇਂ ਅਸੀਂ ਬੱਚਿਆਂ ਤੋਂ ਹੀਣੇ ਹੋ ਕੇ ਮਰੇ, ਇਹ ਵੀ ਬੱਚਿਆਂ ਤੋਂ ਹੀਣਾ ਹੋ ਕੇ ਮਰੇ। ਤੇਰਾ 100 ਪੁੱਤ ਕਹਿੰਦੇ ਤੇਰੇ ਸਾਹਮਣੇ ਤਾਂ ਹੀ ਮਰਿਆ। ਤੁਸੀਂ ਕਹੋਗੇ 100 ਪੁੱਤ ਕਿਵੇਂ ਹੋ ਸਕਦਾ? ਸਾਧ ਸੰਗਤ ਜੀ, ਦੁਆਪਰ ਯੁੱਗ ਦੀ ਗੱਲ ਹੈ, ਉਦੋਂ ਉਮਰ ਬੰਦੇ ਦੀ ਬਹੁਤ ਲੰਮੀ ਸੀਗੀ ਜੀ, ਲੰਮੀਆਂ ਉਮਰਾਂ ਸਨ, ਲੰਬੀਆਂ ਉਮਰਾਂ। ਉਹਨੂੰ ਸਮਝ ਆ ਗਈ, ਕਹਿੰਦਾ ਜੀ ਮੈਂ ਜਨਮ ਤੋਂ ਅੰਨਾ। ਇਹ ਕਿਉਂ? ਕਹਿੰਦੇ ਤੂੰ ਰਾਜਕੁਮਾਰ ਸੈਂ ਨਾ ਜਦੋਂ, ਉਦੋਂ
ਇੱਕ ਟਿੱਡੇ ਦੀਆਂ ਅੱਖਾਂ 'ਚ ਤੀਲਾ ਮਾਰ ਕੇ ਉਹਨੂੰ ਅੰਨਾ ਕੀਤਾ ਸੀਗਾ, ਤੂੰ ਕਹਿਣ ਲੱਗੇ। ਖੇਡਦੇ ਖੇਡਦੇ ਉਹਦਾ ਫਲ ਤੈਨੂੰ ਮਿਲਿਆ, ਉਹਨੂੰ ਪਤਾ ਲੱਗ ਗਿਆ ਜੀ। ਇਸ ਕਰਕੇ ਸਾਧ ਸੰਗਤ ਜੀ, ਇਹ ਕਰਮਾਂ ਦੀ ਗਤੀ ਹੈ। ਸਾਰਾ ਜ਼ਿਕਰ ਕਰਮਾਂ ਦਾ ਹੈ। ਇੱਥੋਂ ਤੱਕ ਆਖਿਆ ਜਿੰਨੇ ਵੱਡੇ ਵੱਡੇ ਰੋਗ ਲੱਗਦੇ ਆ, ਉਹ ਸਾਰੇ ਤਾਂ ਲੱਗਦੇ ਤੂੰ ਵਾਹਿਗੁਰੂ ਨੂੰ ਭੁੱਲ ਜਾਂਦਾ। ਪਿੱਛੇ ਜੇ ਕਰੋਨਾ ਚੱਲਿਆ, ਕਹਿੰਦੇ ਅਦਰਕ ਵੀ ਪੀਓ, ਹਲਦੀ ਪਾ ਕੇ ਪੀਓ, ਇਮਿਊਨਿਟੀ ਵੱਧਦੀ ਹੈ, ਚੰਗੀ ਗੱਲ ਹੈ। ਪਰ ਸਭ ਤੋਂ ਵੱਧ ਇਮਿਊਨਿਟੀ ਗੁਰਮੰਤਰ ਦੇ ਜਾਪ ਨਾਲ ਵੱਧਦੀ ਹੈ ਜੀ। ਸਭ ਤੋਂ ਵੱਧ ਇਮਿਊਨਿਟੀ ਜਦੋਂ ਬੰਦਾ ਭੁੱਲ ਜਾਂਦਾ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਫਿਰ ਰੋਗ ਲੱਗਦੇ ਹਨ। ਸੋ ਮਹਾਰਾਜ ਨੇ ਇਸ ਸ਼ਬਦ 'ਚ ਸਾਰੇ ਕਿਤੇ ਕਰਮਾਂ ਦਾ ਜ਼ਿਕਰ ਕੀਤਾ। ਪਰ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚੋਂ ਭਗਤ ਜੀ ਦੀ ਇੱਕ ਪੰਕਤੀ ਪੜ੍ਹ ਕੇ ਖੁਸ਼ ਵੀ ਹੋਇਆ ਤੇ ਦੰਗ ਵੀ ਹੋਇਆ ਜੀ। ਆਉਂਦਾ ਹੈ ਜ਼ਿਕਰ ਵੀ ਤੈਨੂੰ ਕਰਮਾਂ ਦਾ ਫਲ ਮਿਲਦਾ ਹੈ। ਮਨਮੁਖ ਬੰਦਾ ਸਾਰਾ ਕਰਮਾਂ ਦਾ ਫਲ ਭੋਗਦਾ। ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੈ ਜਾਏ ਮਨੁੱਖ। ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਪਰ ਬਹੁਤ ਚੰਗੀ ਗੱਲ 'ਚ ਬੰਦੇ ਨੂੰ ਆਪਣੇ ਕੀਤੇ ਹੋਏ ਕਰਮਾਂ ਤੋਂ ਡਰ ਲੱਗਣ ਲੱਗ ਪਵੇ ਜੀ। ਜਿਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ। ਬਹੁਤ ਸਾਰੇ ਬੰਦੇ ਮਾੜਾ ਕਰਮ ਕਰਦੇ, ਉਹਨਾਂ ਨੂੰ ਡਰ ਹੀ ਨਹੀਂ ਆਉਂਦਾ। ਜਦੋਂ ਬੰਦਾ ਸੰਗਤ ਕਰਦਾ, ਕਥਾ ਸੁਣਦਾ, ਕੀਰਤਨ ਸੁਣਦਾ, ਮਾੜੇ ਕਰਮ ਜਿਹੜੇ ਕੀਤੇ ਹੁੰਦੇ ਆ, ਉਹਨੂੰ ਡਰ ਲੱਗਣ ਲੱਗ ਪੈਂਦਾ ਵੀ ਇਹਦੀ ਤੇ ਸਜ਼ਾ ਮਿਲਣੀ ਹੈ। ਹੁਣ ਉਹ ਕਰਮਾਂ ਵਾਸਤੇ ਕੀ ਕਰੇ? ਉਹ ਕਰਮ ਜਿਹੜੇ ਮਾੜੇ ਹੋ ਗਏ ਕੀ ਕਰੇ? ਜਿਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ। ਕਿਰੇ ਅੱਗੇ ਪੁਕਾਰ ਕਰੇ? ਤੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਜਿਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ। ਵਾਹਿਗੁਰੂ ਗੁਰੂ ਨਾਨਕ ਸਾਹਿਬ ਦਾ ਸ਼ਾਇਦ ਸ਼ਬਦ ਹੈ ਜੀ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਗੱਜ ਕੇ ਆਖੋ ਵਾਹਿਗੁਰੂ। ਕੋਈ ਨਹੀਂ, ਮਾੜੇ ਕਰਮ ਹੋ ਗਏ ਆ, ਕੋਈ ਗੱਲ ਨਹੀਂ। ਤੂੰ ਦੁੱਖਾਂ ਨੂੰ ਭੁਲਾ ਦੇਣ ਵਾਲੇ, ਦੁੱਖਾਂ ਨੂੰ ਦੂਰ ਕਰਨ ਵਾਲੇ ਪਰਮੇਸ਼ਰ ਦਾ ਸਿਮਰਨ ਕਰ, ਉਹ ਤੇਰੇ ਤੇ ਦਇਆ ਕਰਨਗੇ। ਤੇ ਮੈਂ ਭਗਤ ਜੀ ਮਹਾਰਾਜ ਦੀ ਇੱਕ ਸ਼ਬਦ ਪੜ੍ਹੀ ਭਗਤ ਬਾਣੀ ਚੋਂ। ਉਹ ਕਹਿੰਦੇ ਕਰੋੜਾਂ ਹੀ ਮਾੜੇ ਕਰਮ ਕਿਉਂ ਨਾ ਹੋ ਗਏ ਹੋਣ, ਕਰੋੜਾਂ ਮਾੜੇ ਕੰਮ ਹੋ ਜਾਂਦੇ ਬੰਦੇ ਕੋਲੋਂ ਜੀ। ਅਸੀਂ ਗ੍ਰਸਤੀ ਬੰਦੇ ਆ, ਸੰਸਾਰ 'ਚ ਰਹਿੰਦੇ ਆ, ਸੁਤੇ ਸਿੱਧ ਹੀ ਮਾੜੇ ਕੰਮ ਹੋ ਜਾਂਦੇ ਆ। ਕਿਵੇਂ ਮਾੜੇ ਕੰਮ ਹੁੰਦੇ? ਕਿਸੇ ਨੂੰ ਮਾੜਾ ਬੋਲ ਬੈਂਦੇ ਆ, ਉਹਦਾ ਮਨ ਦੁੱਖ ਗਿਆ। ਇਹ ਵੀ ਇੱਕ ਬਾਣੀ ਦੀ ਹਿੰਸਾ ਹੈ ਜੀ। ਮਾੜਾ ਘਰਾਂ 'ਚ ਹੀ ਇੱਕ ਦੂਜੇ ਨਾਲ ਮਾੜਾ ਬੋਲ ਪੈਂਦੇ, ਉਹਦਾ ਮਨ ਦੁੱਖ ਜਾਂਦਾ, ਇਹ ਇੱਕ ਮਾੜਾ ਕਰਮ ਹੋ ਗਿਆ ਜੀ। ਆਖੋ ਸ੍ਰੀ ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਇੱਕ ਜੀਭ ਕਰਕੇ ਮਾੜਾ ਕਰਨਾ, ਮਾੜਾ ਬੋਲਣਾ, ਇੱਕ ਤਨ ਕਰਕੇ ਕਿਸੇ ਨੂੰ ਧੱਕਾ ਮੁੱਕੀ ਕਰਨਾ, ਉਹ ਵੀ ਇੱਕ ਕਰਮ ਬਣ ਗਿਆ। ਇੱਕ ਹੈ ਸਾਧ ਸੰਗਤ ਜੀ, ਉਹਨੂੰ ਮਾਇਆ ਕਰਕੇ ਨੁਕਸਾਨ ਕਰ ਦੇਣਾ ਕਿਸੇ ਦਾ ਜੀ, ਕਰਮ ਬਣ ਗਿਆ ਨਾ ਜੀ। ਤਾਂ ਹੁਣ ਕੀ ਕਰਨਾ? ਤੇ ਗੁਰੂ ਜੀ ਦੀ ਬਾਣੀ ਦੀ ਪੰਕਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਬਾਣੀ ਦੀ ਪੰਕਤੀ। ਮਹਾਰਾਜ ਕਹਿੰਦੇ ਆ, ਕਰੋੜਾਂ ਮਾੜੇ ਕਰਮ ਕਿਉਂ ਨਾ ਹੋਏ ਹੋਣ, ਤੂੰ ਗੁਰੂ ਦੇ ਸ਼ਬਦ ਨੂੰ ਜਪ, ਜਪ ਪ੍ਰੇਮ ਨਾਲ, ਤੇਰੇ ਕਰੋੜਾਂ ਹੀ ਮਾੜੇ ਕਰਮ ਜਿਹੜੇ ਉਹ ਕੱਟੇ ਜਾਣਗੇ। ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਆਖੋ ਵਾਹਿਗੁਰੂ। ਵਾਹਿਗੁਰੂ। ਗੁਰੂ ਦਾ ਜਿਹੜਾ ਸ਼ਬਦ ਹੈ, ਉਹ ਕਰੋੜਾਂ ਕਰਮ ਜਿਹੜੇ ਉਹ ਕੱਟ ਦਿੰਦਾ ਹੈ ਜੀ। ਹਾਂਜੀ, ਕਰੋੜਾਂ ਮਾੜੇ ਕਰਮ ਕੱਟੇ ਜਾਂਦੇ ਆ। ਕੋਈ ਗੱਲ ਨਹੀਂ, ਜੇ ਹੋ ਵੀ ਗਏ, ਬੰਦਾ ਨਾਮ ਜਪੇ, ਨਾਮ ਜਪਣ ਵਾਲਿਆਂ ਦੇ ਪਾਪ ਧੁੱਪਦੇ ਆ। ਇਹੋ ਹੀ ਆ, ਮਾੜੇ ਕੰਮ ਹੋ ਗਏ ਪਾਪ ਹੋ ਗਿਆ ਜੀ।
ਤੇ ਮਹਾਰਾਜ ਕਹਿੰਦੇ ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲਹਿ ਜਾਈ। ਗਲੋਂ ਹੀ ਲਹਿ ਜਾਂਦੇ ਪਾਪ ਜੀ। ਕਿਵੇਂ ਲਹਿ ਜਾਂਦੇ? ਜਦੋਂ ਪ੍ਰੇਮ ਨਾਲ ਕੋਈ ਜਪਦਾ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਜਦੋਂ ਬੰਦਾ ਪ੍ਰੇਮ ਨਾਲ ਜਪੇਗਾ, ਸੁਰਤ ਇਕਾਗਰ ਕਰਕੇ ਜਪੇਗਾ, ਕਰੋੜਾਂ ਹੀ ਮਾੜੇ ਪਾਪ ਕੱਟੇ ਜਾਣਗੇ। ਪਰ ਜਪਣ ਜਪਣ 'ਚ ਫਰਕ 'ਚ ਹੁਣ ਆਪਾਂ ਵਾਹਿਗੁਰੂ ਵਾਹਿਗੁਰੂ ਵੀ ਬੋਲਿਆ, ਇੱਧਰ ਉੱਧਰ ਧਿਆਨ ਵੀ ਰਿਹਾ, ਨਹੀਂ ਉਹ ਜਪਿਆ ਨਹੀਂ ਗਿਆ। ਭੋਜਨ ਪ੍ਰਸ਼ਾਦਾ ਉਹ ਕੰਮ ਆਉਂਦਾ ਜਿਹੜਾ ਅੰਦਰ ਜਾ ਕੇ ਸਾਡੀ ਖੁਰਾਕ ਬਣ ਜਾਵੇ ਜੀ। ਕਈ ਵਾਰੀ ਛਕਿਆ ਛਕਾਇਆ ਮੁੱਖ ਰਾਹੀਂ ਬੰਦਾ ਬਾਹਰ ਕੱਢ ਦਿੰਦਾ ਜੀ, ਅੰਦਰ ਤੱਤ ਨਹੀਂ ਬਣਦਾ ਜੀ। ਭੋਜਨ ਉਹ ਕੰਮ ਆਉਂਦਾ ਹੈ ਜਿਹੜਾ ਸਾਡੇ ਸਰੀਰ ਦੀ, ਸਾਡੇ ਤਨ ਦੀ, ਸਾਧ ਸੰਗਤ ਦੀ ਖੁਰਾਕ ਬਣੇ। ਭੋਜਨ ਉਹ ਕੰਮ ਆਇਆ ਜਿਹੜਾ ਤਨ ਦੀ ਖੁਰਾਕ ਬਣੇ। ਭਜਨ ਉਹ ਕੰਮ ਆਇਆ ਜਿਹੜਾ ਮਨ ਦੀ ਖੁਰਾਕ ਬਣੇ ਜੀ। ਮਨ ਵੀ ਸੁਣੇ। ਉਦਾਂ ਵਾਹਿਗੁਰੂ 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 ਬੋਲੋ, ਸੁੱਖ ਬੜੇ ਮਿਲਣਗੇ। ਜਦੋਂ ਮਨ ਵਾਹਿਗੁਰੂ ਬੋਲਣ ਲੱਗ ਪਿਆ ਫਿਰ ਪਾਪ ਕੱਟੇ ਜਾਣਗੇ ਜੀ। ਇਸ ਕੇ ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲਹਿ ਜਾਈ। ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਕਰੋੜਾਂ ਕਰਮ ਗੁਰੂ ਜੀ ਦਾ ਸ਼ਬਦ ਕੱਟ ਦਿੰਦਾ ਹੈ ਜੀ। ਸੋ ਸੰਗਤ ਜੀ ਆਪਾਂ ਬਾਣੀ ਪੜ੍ਹਿਆ ਕਰੀਏ, ਸੰਗਤ ਕਰਿਆ ਕਰੀਏ। ਮਾੜੇ ਕੰਮ ਹੋ ਗਏ ਬੰਦਾ ਤੌਬਾ ਕਰਕੇ ਗੁਰੂ ਦੇ ਚਰਨਾਂ 'ਚ ਅਰਦਾਸ ਕਰੇ। ਕਿਉਂ ਮਹਾਰਾਜ ਆਪਣੇ ਸਿੱਖਾਂ ਨੂੰ ਫਿਰ ਨਹੀਂ ਭਗਵਾਉਂਦੇ ਜੀ। ਜਿਹੜੇ ਗੁਰਸਿੱਖ ਨਾਮ ਜਪਦੇ ਉਹਨਾਂ ਦੇ ਪਾਪ ਮਾਫ ਕਰ ਦਿੰਦੇ ਜੀ। ਜਿੰਨੀ ਡਿੱਠਾ ਮੇਰਾ ਸਤਿਗੁਰ ਭਾਉ ਕਰ, ਤਿਨਕੇ ਸਭ ਪਾਪ ਗਵਾਈ। ਬੜੀਆਂ ਇਹੋ ਜਿਹੀਆਂ ਪੰਗਤੀਆਂ ਜਿਨ੍ਹਾਂ 'ਚ ਮਹਾਰਾਜ ਜ਼ਿਕਰ ਕਰਦੇ ਤੇਰੇ ਪਾਪ ਨਾਸ਼ ਹੋ ਜਾਣਗੇ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਅੱਜ ਦਾ ਇਹ ਉਪਦੇਸ਼ ਸਾਡੇ ਹਿਰਦੇ ਦੇ ਵਿੱਚ ਵਸੇ। ਉਂਝ ਕਰਮਾਂ ਦਾ ਫਿਰ ਫਲ ਭੁਗਤਣਾ ਹੀ ਪੈਂਦਾ। ਫਿਰ ਦੂਜੇ ਨੂੰ ਦੋਸ਼ ਨਹੀਂ ਦੇਣਾ, ਫਿਰ ਰੋਜ਼ ਰੋਣਾ ਵੀ ਪੈਂਦਾ। ਇਹਦੇ ਤੋਂ ਚੰਗਾ ਹੈ ਬੰਦਾ ਪਰਮੇਸ਼ਰ ਦੇ ਨਾਲ ਹੀ ਜੁੜ ਜਾਵੇ, ਸਾਰੇ ਦੁੱਖ ਦੂਰ ਹੋ ਜਾਣਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਗੁਰ ਸੇਵੀਆ।